ਬਲਦੇਵ ਸਿੰਘ ਦੀ ਪੁਸਤਕ ਨਾਗਵਲ ਦੀ ਕਹਾਣੀ ਹੈ ਸਵੇਰੇ ਦੀ ਲੋ। ਅੱਜ ਫੇਰ ਇੰਦਰਜੀਤ ਦੀ ਜੀਪ ਵੇਖ ਕੇ ਬਸਤੀ ਦੇ ਨਿੰਮੂ ਝੂਣੇ ਫਿਰਦੇ ਆਦਮੀਆਂ ਨੇ ਕਿਲਕਾਰੀਆਂ ਮਾਰੀਆਂ ਤੇ ਇੱਕ ਦੂਸਰੇ ਨੂੰ ਆਵਾਜ਼ਾਂ ਮਾਰਦੇ, ਰੌਲਾ ਪਾਉਂਦੇ ਤੇ ਹੱਲਾ ਕਰਦਿਆਂ ਨੇ ਜੀਪ ਨੂੰ ਇਉਂ ਘੇਰ ਲਿਆ ਜਿਵੇਂ ਕਿਸੇ ਚੈਰਿਟੀ ਵਾਲਿਆਂ ਦੀ ਮੁਫਤ ਖਾਣਾ ਵੰਡਣ ਆਈ ਵੈਨ ਨੂੰ ਮੰਗਦੇ ਘੇਰਦੇ ਹਨ। ਇੰਦਰਜੀਤ ਸ਼ਹਿਨਸ਼ਾਹਾਂ ਵਾਂਗ ਜੀਪ 'ਚ ਉਤਰਿਆ। ਉਤੇਜਿਤ ਹੋਏ ਲੋਕਾਂ ਵੱਲ ਵੇਖ ਕੇ ਇਉਂ ਹੱਸਿਆ ਜਿਵੇਂ ਅਸੀਂ ਲਾਡੀਆਂ ਕਰਦੇ ਕਤੂਰਿਆਂ ਵੱਲ ਵੇਖ ਕੇ ਖੁਸ਼ ਹੁੰਨੇ ਆ। ਫਿਰ ਉਹਨੇ ਭੀੜ ਵਿੱਚ ਖੜੇ ਰਘੂ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਤੇ ਇੱਕ ਪਾਸੇ ਲੈ ਗਿਆ। ਇਹ ਉਸ ਕੋਲ ਇੱਕ ਬਹੁਤ ਵਧੀਆ ਚਾਲ ਹੈ। ਭੀੜ ਚੁੱਪ ਕਰ ਗਈ ਤੇ ਉਤਸੁਕ ਹੋ ਕੇ ਇੰਦਰਜੀਤ ਸਾਹਿਬ ਦੇ ਤੇ ਰਘੂ ਵੱਲ ਤੱਕਣ ਲੱਗੀ। ਸ਼ਾਇਦ ਕੋਈ ਬਹੁਤ ਹੀ ਮਹੱਤਵ ਵਾਲੀ ਤੇ ਭਿਆਨਕ ਗੱਲ ਹੋ ਰਹੀ ਹੋਵੇ। ਆਪਣੇ ਲੋਕਾਂ ਤੋਂ ਪਾਸਾ ਜਿਹਾ ਵੱਟਦਿਆਂ ਰਘੂ ਨੇ ਮੀਸਣੀ ਹਾਸੀ ਹੱਸਦਿਆਂ ਪੁੱਛਿਆ, ਕੀ ਭੀੜਾਂ ਪੈ ਗਈਆਂ ਜਨਾਬ? ਇੰਦਰਜੀਤ ਨਾਲ ਰਹਿ ਕੇ ਉਹਨੂੰ ਬੋਲਣ ਦਾ ਸਲੀਕਾ ਆ ਗਿਆ ਸੀ। ਤੇਰੇ ਹੁੰਦੇ ਕਾਹਦੀਆਂ ਭੀੜਾਂ ਪੈਣੀਆਂ ਸਾਨੂੰ, ਪਰ ਇੱਕ ਗੱਲ ਹੈ, ਮੌਕਾ ਕੋਈ ਵੀ ਹੋਵੇ ਤੈਨੂੰ ਯਾਦ ਕਰਨਾ ਨਹੀਂ ਭੁੱਲਦੇ ਅਸੀਂ। ਇੰਦਰਜੀਤ ਨੇ ਆਪਣੀਆਂ ਖਚਰੀਆਂ ਨਿਗਾਹਾਂ ਰਘੂ ਦੇ ਚਿਹਰੇ ਤੇ ਗੱਡੀ ਰੱਖੀਆਂ। ਇਹ ਤਾਂ ਮੇਰਾ ਜਨਾਬ ਦੀਆਂ ਸਾਡੇ ਤੇ ਸੋਡੀਆਂ ਬਲਾਵਾਂ ਸਾਡੇ ਪਾਸੇ ਆ ਡਿੱਗਦੀਆਂ, ਨਹੀਂ ਤਾਂ ਕਿੱਥੇ ਤੁਸੀਂ ਕਿੱਥੇ ਅਸੀਂ। ਰਘੂ ਆਪਣੀਆਂ ਝੁੱਗੀਆਂ ਵੱਲ ਝਾਕਿਆ। ਇੰਦਰਜੀਤ ਕੁਝ ਝੇਂਪ ਗਿਆ। ਰਘੂ ਨੂੰ ਮਹਿਸੂਸ ਹੋਇਆ ਕੁਝ ਵਧੇਰੇ ਹੀ ਕਹਿ ਹੋ ਗਿਆ। ਉਹ ਜਲਦੀ ਨਾਲ ਬੋਲਿਆ, ਤੁਸੀਂ ਹੁਕਮ ਕਰੋ, ਕਿਹੜੇ ਖੂਹ 'ਚ ਛਾਲ ਮਾਰਨੀ ਹੈ? ਕੁਝ ਪਲ ਇੰਦਰਜੀਤ ਗੱਲ ਸ਼ੁਰੂ ਕਰਨ ਲਈ ਪਹਿਲੀ ਤੰਦ ਲੱਭਦਾ ਰਿਹਾ। ਫਿਰ ਉਹਦੇ ਮੋਢੇ ਤੇ ਹੱਥ ਰੱਖ ਕੇ ਆਪਣਤ ਜਤਾਈ ਤੇ ਹੌਲੀ ਜਿਹੀ ਬੋਲਿਆ, ਅੱਜ ਤੜਕੇ ਆਪਾਂ ਚੌਂਕ ਵਾਲੀਆਂ ਦੁਕਾਨਾਂ ਤੋੜਨੀਆਂ। ਹਾਈ ਕੋਰਟ ਤੋਂ ਆਰਡਰ ਮਿਲ ਗਿਆ ਮੈਨੂੰ। ਪਰਵਾਹ ਨਹੀਂ ਕਰਨੀ ਕਿਸੇ ਲੰਡੇ ਲਾਟ ਦੀ। ਜਿੰਨੇ ਆਦਮੀ ਲਿਆਏਂਗਾ 50 ਰੁਪਏ ਬੰਦਾ ਤੈਨੂੰ ਮਿਲੂ ਤੇ ਤੂੰ ਅੱਗੇ ਜੋ ਮਰਜ਼ੀ ਦੇਵੀਂ ਅਗਲੇ ਨੂੰ। ਗੱਲ ਕਹਿ ਕੇ ਇੰਦਰਜੀਤ ਰਘੂ ਦੇ ਹਾਵ ਭਾਵ ਤਾੜਦਾ ਰਿਹਾ। ਤੜਕੇ ਦੁਕਾਨਾਂ ਤੋੜਨੀਆਂ, ਹੁਣ ਰਾਤ ਨੂੰ ਕਾਹਤੋਂ ਨਹੀਂ? ਰਘੂ ਨੇ ਹੈਰਾਨ ਹੋ ਕੇ ਪੁੱਛਿਆ। ਉਹਨੂੰ ਹਨੇਰੇ 'ਚ ਜਈ ਭੰਨ ਤੋੜ ਕਰਨੀ ਸੌਖੀ ਜਾਪਦੀ ਸੀ। ਵੇਲਾ ਠੀਕ ਨਹੀਂ ਹੈ, 11 ਵਜੇ ਤੱਕ ਤਾਂ CRP ਫਿਰਦੀ ਹੈ, ਗਸ਼ਤ ਕਰਦੀ ਹੈ। ਕੋਈ ਹੋਰ ਸਿਆਪਾ ਪਊ। ਸਵੇਰੇ 5 ਵਜੇ ਸ਼ੁਰੂ ਕਰ ਦਿਓ, 7 ਵਜੇ ਨੂੰ ਪਾ ਦਿਓ ਭੋਗ। ਥਾਣੇ ਦਾ ਕੋਈ ਸਿਪਾਹੀ ਆਉਂਦਾ ਨਹੀਂ, ਸਭ ਕੰਮ ਫਿੱਟ ਹੈ। ਬਸ ਉਹਨਾਂ ਦੇ ਬੰਦਿਆਂ ਤੋਂ ਚੁਕੰਨੇ ਰਹਿਣਾ ਹੈ। ਜੇ ਆਪਣਾ ਭੇਦ ਨਿਕਲ ਗਿਆ ਹੋਇਆ ਤਾਂ ਸੱਟ ਨਾ ਮਾਰ ਜਾਣ ਧੋਖੇ ਨਾਲ। ਜੇ ਲੜਾਈ ਦੀ ਨੌਬਤ ਆ ਵੀ ਗਈ ਤਾਂ ਫਿਰ ਪਿੱਛੇ ਨਾ ਹਟਿਓ। ਹਸਪਤਾਲ, ਥਾਣੇ, ਜੋ ਵੀ ਖਰਚਾ ਆਇਆ ਮੈਂ ਸਾਂਭੂ। ਇੰਦਰਜੀਤ ਨੇ ਆਪਣੀ ਹਿੱਕ ਤੇ ਉਹ ਮਾਣ ਨਾਲ ਹੱਥ ਰੱਖਿਆ ਜਿਵੇਂ ਉਹਨਾਂ ਦਾ ਲਹੂ ਮਾਸ ਦਾ ਰਿਸ਼ਤਾ ਹੋਵੇ। ਰਘੂ ਵਡਿਆਈ 'ਚ ਆ ਗਿਆ। ਇਸ ਗੱਲ ਦਾ ਤਾਂ ਫਿਕਰ ਨਾ ਕਰੋ ਮਾਲਕੋ, ਆਪਣੇ ਬੰਦੇ ਤਾਂ ਭੂਤਾਂ ਵਰਗੇ। ਜਿੱਧਰ ਨੂੰ ਪੈ ਨਿਕਲੇ ਕੋਈ ਸਾਲਾ ਖੜ ਜੂ ਮੂਹਰੇ। ਰਘੂ ਨੇ ਮਾਣ ਨਾਲ ਹਿੱਕ ਚੌੜੀ ਕੀਤੀ। ਫਿਰ ਆਪਣੀ ਵਫਾਦਾਰੀ ਚੇਤੇ ਕਰਾਉਂਦਿਆਂ ਅਸਤਾ ਬੋਲਿਆ, ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਕੋਈ ਭੁੱਲੇ ਐ? ਇਸੇ ਕਰਕੇ ਤਾਂ ਤੈਨੂੰ ਸੱਜੀ ਬਾਂਹ ਸਮਝੀਦਾ, ਨਹੀਂ ਤਾਂ ਸ਼ਹਿਰ 'ਚ ਹੋਰ ਬਥੇਰੀ ਲਗੌੜ ਫਿਰਦੀ ਐ। ਜਦ ਜੀਪ 'ਚੋਂ ਸ਼ਰਾਬ ਦੀ ਪੇਟੀ ਚੁੱਕ ਲਿਆ। ਸਵੇਰੇ ਜਿੰਨੇ ਬੰਦੇ ਹੋਏ ਮੈਥੋਂ ਪੈਸੇ ਲੈ ਜੀ। ਜੇ 150 ਦੀ ਲੋੜ ਹੈ ਮੈਨੂੰ ਹੁਣ ਦੱਸ। ਇੰਦਰਜੀਤ ਦਾ ਹੱਥ ਜੇਬ ਵੱਲ ਲਾ ਲਿਆ। ਤੁਹਾਨੂੰ ਪਤਾ ਤਾਂ ਹੈ ਸਾਡੀ ਆਦਤ ਦਾ, ਪਹਿਲਾਂ ਤੁਹਾਡਾ ਕੰਮ ਹੋ ਜੇ ਫਿਰ ਪੈਸੇ। ਰਘੂ ਅਸੂਲ ਦਾ ਪੱਕਾ ਸੀ। ਚੱਕ ਫਿਰ ਪੇਟੀ। ਖੁਸ਼ ਹੋ ਕੇ ਇੰਦਰਜੀਤ ਨੇ ਜੀਪ ਵੱਲ ਇਸ਼ਾਰਾ ਕੀਤਾ। ਜਦੋਂ ਰਘੂ ਸ਼ਰਾਬ ਦੀ ਪੇਟੀ ਕੱਢ ਰਿਹਾ ਸੀ ਤਾਂ ਇੰਦਰਜੀਤ ਬੋਲਿਆ, ਪੀਆ ਜੇ ਹਿਸਾਬ ਨਾਲ, ਐ ਨਾ ਹੋਵੇ ਤੜਕੇ 10 ਵਜੇ ਤਾਈਂ ਸੁੱਤੇ ਹੀ ਰਹੋ। ਪੇਟੀ ਚੁੱਕੀ ਖੜਾ ਰਘੂ ਆਪਣੇ ਆਦਮੀਆਂ ਵੱਲ ਵੇਖ ਕੇ ਹੱਸਿਆ। ਉਦੋਂ ਸਬੱਬੀ ਰਘੂ ਦਾ ਮੁੰਡਾ ਚੇਤਨ ਪਤਾ ਨਹੀਂ ਕਿੱਧਰੋਂ ਉਹਨਾਂ ਦੇ ਵਿਚਕਾਰ ਆਣ ਖੜਾ ਹੋਇਆ। ਇੰਦਰਜੀਤ ਦੇ ਮੱਥੇ ਤੇ ਤਿਉੜੀਆਂ ਸੰਘਣੀਆਂ ਹੋਈਆਂ। ਪਹਿਲਾਂ ਵੀ 2 ਵਾਰ ਚੇਤਨ ਨਾਲ ਉਹਦੀ ਤੂੰ ਮੈਂ ਹੋ ਚੁੱਕੀ ਸੀ। ਇੰਦਰਜੀਤ ਨਾਲ ਗੱਲ ਕਰਨ ਲੱਗਿਆ ਉਹ ਮਾਣ ਮਰਿਆਦਾ ਦਾ ਵੀ ਖਿਆਲ ਨਹੀਂ ਸੀ ਰੱਖਦਾ। ਇੰਦਰਜੀਤ ਇਸ ਵਿੱਚ ਆਪਣੀ ਹੱਦ ਤੱਕ ਸਮਝਦਾ ਸੀ। ਅੱਜ ਉਹ ਨਹੀਂ ਸੀ ਚਾਹੁੰਦਾ ਚੇਤਨ ਉਸ ਨਾਲ ਕੋਈ ਉਲਝੇਵਾਂ ਪਾਵੇ। ਕੱਲ ਤੜਕੇ ਉਹਨੂੰ 50-60 ਬੰਦਿਆਂ ਦੀ ਲੋੜ ਸੀ। ਚੇਤਨ ਪਹਿਲਾਂ ਹੀ ਬਸਤੀ ਦੇ 4-5 ਮੁੰਡੇ ਉਹਦੇ ਖਿਲਾਫ ਕਰੀ ਫਿਰਦਾ ਸੀ। ਆਪਣੇ ਬਾਪੂ ਨੂੰ ਸ਼ਰਾਬ ਦੀ ਪੇਟੀ ਚੁੱਕੀ ਖੜੀ ਦੇਖ ਕੇ ਚੇਤਨ ਵਿਅੰਗ ਨਾਲ ਹੱਸਿਆ। ਨਹੀਂ ਰੀਸਾਂ ਬਾਪੂ ਤੇਰੀਆਂ, ਨਾਲੇ ਤੇਰੇ ਸਾਹਿਬ ਦੀਆਂ। ਸਾਹਿਬ ਸ਼ਬਦ ਨੂੰ ਚੱਬ ਕੇ ਆਖਦਾ ਚੇਤਨ ਇੰਦਰਜੀਤ ਵੱਲ ਝਾਕਿਆ। ਕੱਲ ਦੇ ਛੋਕਰੇ ਰੀਸਾਂ ਕਰ ਵੀ ਕਿਵੇਂ ਸਕਦੇ ਆ ਸਾਡੀਆਂ? ਢੀਠਤਾਈ ਨਾਲ ਹੱਸਿਆ ਰਘੂ। ਨਹੀਂ ਕਰ ਸਕਦੇ ਬਾਪੂ। ਅੱਜ ਸਾਹਿਬ ਇੱਥੇ ਸ਼ਰਾਬ ਦੀਆਂ ਮਟਕੀਆਂ ਡੋਲ ਕੇ ਜਾਏਗਾ, ਕੱਲ ਤੁਸੀਂ ਸੜਕਾਂ ਤੇ ਆਪਣੇ ਲਹੂ ਦੀਆਂ ਛੱਪੜੀਆਂ ਬਣਵਾਓਗੇ। ਇੰਦਰਜੀਤ ਨਹੀਂ ਸੀ ਚਾਹੁੰਦਾ ਇਹ ਤਕਰਾਰ ਲੰਮੀ ਹੋਵੇ। ਉਹਨੂੰ ਪਹਿਲਾਂ ਦੀਆਂ 2 ਘਟਨਾਵਾਂ ਭੋਰਾ ਯਾਦ ਹਨ। ਇੱਕ ਵਾਰ ਕਿਸੇ ਕੇਂਦਰੀ ਨੇਤਾ ਦੇ ਆਉਣ ਤੇ ਜਲੂਸ ਕੱਢਣਾ ਸੀ।
ਉਹਦੇ ਹੱਕ 'ਚ ਜ਼ਿੰਦਾਬਾਦ ਦੇ ਨਾਅਰੇ ਮਾਰਨੇ ਸਨ। ਦੂਸਰੀ ਵਾਰ ਕਾਰਪੋਰੇਸ਼ਨ ਦੇ ਦਫ਼ਤਰ ਸਾਹਮਣੇ ਈਓ ਵਿਰੁੱਧ ਮੁਜ਼ਾਹਰਾ ਕਰਨਾ ਸੀ, ਮੁਰਦਾਬਾਦ ਦੇ ਨਾਅਰੇ ਲਾਉਣੇ ਸੀ। ਉਹਦੀ ਅਰਥੀ ਸਾੜਨੀ ਸੀ। ਦੋਨੋਂ ਵਾਰ ਚੇਤਨ ਉਹਦੀਆਂ ਸਕੀਮਾਂ 'ਚ ਰੋੜਾ ਬਣਿਆ ਸੀ ਤੇ ਹੁਣ ਤੱਕ ਇੰਦਰਜੀਤ ਦੀਆਂ ਅੱਖਾਂ 'ਚ ਰੜਕਦਾ ਆ ਰਿਹਾ ਸੀ। ਚੇਤਨ ਗਹਿਰੀਆਂ ਅੱਖਾਂ ਨਾਲ ਇੰਦਰਜੀਤ ਵੱਲ ਝਾਕਿਆ। ਜਦੋਂ ਵੀ ਇੰਦਰਜੀਤ ਬਸਤੀ ਵੱਲ ਦਿਖਾਈ ਦਿੰਦਾ ਹੈ ਤਾਂ ਉਸ ਤੋਂ ਅਗਲੇ ਦਿਨ 2 ਦਿਨਾਂ ਵਿੱਚ ਹੀ ਬਸਤੀ ਤੇ ਪ੍ਰੇਤ ਦਾ ਪਰਛਾਵਾਂ ਪੈ ਜਾਂਦਾ ਹੈ। ਪੁਲਿਸ ਖਿੱਚਾ ਧੋਈ ਕਰਦੀ ਹੈ ਜਾਂ ਕਿਧਰੋਂ ਸੱਟਾਂ ਖਾ ਕੇ ਹਸਪਤਾਲ 'ਚ ਪਏ ਚੀਕਾਂ ਮਾਰਦੇ ਹਨ। ਬਸਤੀ ਦੇ ਆਦਮੀ ਬਦਲੇ 'ਚ ਮਿਲਦੇ ਹਨ ਕੁਝ ਰੁਪਏ ਤੇ ਮੁਫਤ ਦੀ ਸ਼ਰਾਬ। ਇੰਦਰਜੀਤ ਰਘੂ ਦੀ ਪਿੱਠ ਥਾਪੜ ਕੇ ਤੇ ਚੇਤਨ ਵੱਲ ਝਾਕ ਕੇ ਵਿਉ ਘੋਲਦਾ ਜੀਪ 'ਚ ਆ ਬੈਠਾ। ਰਘੂ ਨੇ ਬਸਤੀ ਵਾਲਿਆਂ ਨੂੰ ਸ਼ਰਾਬ ਵੰਡਣ ਲਈ ਇੱਕ ਲੰਮਾ ਹੋਕਰਾ ਮਾਰਿਆ। ਜਦੋਂ ਜੀਪ ਦੂਰ ਧੂੜ ਉਡਾਉਂਦੀ ਜਾ ਰਹੀ ਸੀ ਤਾਂ ਰਘੂ ਆਪਣੇ ਬੰਦਿਆਂ ਨੂੰ ਦੱਸ ਰਿਹਾ ਸੀ, 35 ਰੁਪਏ ਮਿਲਣਗੇ ਆਪਾਂ ਨੂੰ। 2 ਘੰਟਿਆਂ 'ਚ ਆਪਾਂ ਦੁਕਾਨਾਂ ਦਾ ਮਲਬਾ ਬਣਾ ਕੇ ਮੁੜ ਆਵਾਂਗੇ। ਸ਼ਰਾਬੀ ਹੋਏ ਸਾਰੇ ਜਦੋਂ ਇਹ ਦੂਸਰੇ ਨੂੰ ਨੰਗੇ ਮਜ਼ਾਕ ਕਰ ਰਹੇ ਸਨ ਤਾਂ ਦੁਖੀ ਹੋਇਆ ਚੇਤਨ ਆਪਣੀ ਝੁੱਗੀ 'ਚ ਬੈਠਾ ਬੀਤੇ ਵਰਿਆਂ ਦਾ ਲੇਖਾ ਜੋਖਾ ਕਰਨ ਲੱਗਾ। ਕੁਝ ਵਰ੍ਹੇ ਪਹਿਲਾਂ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰ ਸ਼ਹਿਰ ਦੇ ਬਾਈਪਾਸ ਦੇ ਉੱਤਰ ਵੱਲ ਇਹ ਲੋਕ ਆਣ ਬੈਠੇ ਸਨ। ਚੇਤਨ ਉਦੋਂ 13 ਵਰਿਆਂ ਦਾ ਸੀ। ਭਾਵੇਂ ਜੀਵਨ ਭਰ ਤੁਰਦੇ ਫਿਰਦੇ ਹੀ ਰਹਿੰਦੇ ਹਨ, ਪਰ ਇਹਨਾਂ ਦਾ ਪਿਛਲਾ ਪੜਾਅ 7 ਸਾਲ ਲੰਮਾ ਸੀ। ਉੱਥੇ ਚੇਤਨ ਕੱਲਾ ਤੇ ਆਪਣੇ ਲੋਕਾਂ ਦਾ ਗੁੱਸਾ ਸਹੇੜ ਕੇ 5 ਜਮਾਤਾਂ ਪਾਸ ਕਰ ਆਇਆ ਸੀ। ਉਹਦੇ ਸਾਥੀ ਤੇ ਹਾਣੀ ਵੱਡੇ ਵੱਡੇ ਬੋਰੇ ਲੈ ਕੇ ਰੂੜੀਆਂ ਤੋਂ ਕਾਗਜ਼, ਪਲਾਸਟਿਕ ਦੇ ਲਿਫਾਫੇ, ਕੱਚ ਦੇ ਟੁਕੜੇ, ਹੋਰ ਜੋ ਵੀ ਮਿਲਦਾ ਇਕੱਠਾ ਕਰ ਲਿਆਉਂਦੇ ਤੇ ਸ਼ਾਮ ਨੂੰ 4-5 ਰੁਪਏ ਵੱਟ ਲੈਂਦੇ। ਰਘੂ ਆਪਣੇ ਨਲਾਇਕ ਪੁੱਤ ਨੂੰ ਕੋਸਦਾ, ਗਾਲਾਂ ਕੱਢਦਾ, ਕਦੇ-ਕਦੇ ਧੌਲ ਧੱਫਾ ਵੀ ਕਰ ਜਾਂਦਾ। ਉਹ ਸਰਕਾਰੀ ਸਕੂਲ ਦੇ ਉਸ ਅਧਿਆਪਕ ਨੂੰ ਵੀ ਬੁਰਾ ਭਲਾ ਆਖਦਾ ਜਿਹਦੀ ਹੱਲਾਸ਼ੇਰੀ ਨਾਲ ਚੇਤਨ ਪੜ੍ਹ ਰਿਹਾ ਸੀ। ਬਸਤੀ ਦੇ ਲੋਕ ਰਘੂ ਨੂੰ ਛੇੜਦੇ, ਹੁਣ ਤਾਂ ਰਘੂ ਦਾ ਬੇਟਾ ਚੇਤਨ ਅਫਸਰ ਬਣੇਗਾ ਸਾਡੇ ਤੇ। ਚੇਤਨ ਸਭਨਾਂ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਸਕੂਲ ਜਾਂਦਾ ਰਿਹਾ। ਕਿਸੇ ਕਾਰਨ ਜ਼ਮੀਨ ਦਾ ਮਾਲਕ ਇਹਨਾਂ ਨਾਲ ਨਾਰਾਜ਼ ਹੋ ਗਿਆ ਤੇ ਇਹਨਾਂ ਨੂੰ ਉੱਥੋਂ ਉੱਠਣਾ ਪਿਆ। ਇਹ ਤੁਰਦੇ ਫਿਰਦੇ ਇੱਥੇ ਆ ਟਕੇ। ਗੰਦੇ ਨਾਲੇ ਦੇ ਨਾਲ-ਨਾਲ ਵਿਹਲੀ ਥਾਂ ਸ਼ਾਮਲਾਟ ਜੀ ਲੱਗਦੀ ਸੀ। ਪਹਿਲਾਂ ਤਾਂ 5-6 ਘਰ ਹੀ ਆਏ ਸਨ, ਪਰ ਹੌਲੀ-ਹੌਲੀ ਬਾਕੀ ਦੇ ਸਾਰੇ ਵੀ ਇੱਧਰ-ਉੱਧਰ ਭਟਕਦੇ ਇੱਥੇ ਆਣ ਵਸੇ। ਦਿਨੋਂ ਦਿਨ ਝੁੱਗੀਆਂ ਦੀ ਗਿਣਤੀ ਵੱਧਦੀ ਗਈ। ਜਿਵੇਂ ਤੇਜ਼ ਹਨੇਰੀ 'ਚ ਝਾੜੀਆਂ ਦੇ ਮੁੱਢ ਨਾਲ ਰੇਤ ਦੇ ਕਣ ਇਕੱਠੇ ਹੁੰਦੇ ਟਿੱਬਾ ਬਣ ਜਾਇਆ ਕਰਦਾ ਹੈ। ਇਹ ਜਗ੍ਹਾ ਸ਼ਹਿਰ ਦੇ ਇੱਕ ਖਾਂਦੇ ਪੀਂਦੇ ਤੇ ਸਰਕਾਰੀ ਪਹੁੰਚ ਵਾਲੇ ਪਤਵੰਤੇ ਇੰਦਰਜੀਤ ਦੀ ਸੀ। ਉਹਦਾ ਇੱਕ ਵੱਡਾ ਭਰਾ ਸੰਸਦ ਮੈਂਬਰ ਰਹਿ ਚੁੱਕਿਆ ਸੀ ਤੇ ਉਦੋਂ ਦੀ ਇਹਨਾਂ ਦੇ ਆਸ-ਪਾਸ ਤੇ ਸ਼ਹਿਰ ਅੰਦਰ ਬਥੇਰੀ ਜਾਇਜ਼ ਨਜਾਇਜ਼ ਜਾਇਦਾਦ ਆਪਣੇ ਕਬਜ਼ੇ ਹੇਠ ਕੀਤੀ ਹੋਈ ਸੀ। ਕਚਹਿਰੀਆਂ 'ਚ, ਥਾਣਿਆਂ 'ਚ ਦਬਦਬਾ ਸੀ। ਗੱਲ ਸੁਣੀ ਜਾਂਦੀ ਸੀ। ਸਿਆਸੀ ਲੀਡਰਾਂ ਨਾਲ ਉੱਠਣ ਬੈਠਣ ਸੀ। ਅੰਦਰ ਖਾਤੇ ਦਲਾਲੀਆਂ ਖਾ ਕੇ ਕਈਆਂ ਦੇ ਅੜੇ ਥੋੜੇ ਕੰਮ ਕਰਵਾਏ ਸਨ। ਇਸ ਕਰਕੇ ਇਲਾਕੇ 'ਚ ਵਾਹਵਾ ਭੱਲ ਬਣੀ ਹੋਈ ਸੀ। ਪਹਿਲਾਂ ਤਾਂ ਇੰਦਰਜੀਤ ਨੇ ਸੋਚਿਆ, ਚਲੋ ਇਹ ਲੋਕ ਤੁਰਦੇ ਫਿਰਦੇ ਹਨ, ਆਪ ਹੀ ਚਲੇ ਜਾਣਗੇ। ਪਰ ਉਹਨਾਂ ਵਿੱਚੋਂ ਤਾਂ ਕਈਆਂ ਨੇ ਝੁੱਗੀਆਂ ਤੋਂ ਬਾਹਰ ਕੱਚੀ 4 ਦੀਵਾਰੀ ਆਰੰਭ ਦਿੱਤੀ। ਚੁੱਲ੍ਹੇ ਚੌਂਕਿਆਂ ਲਈ ਓਟੇ ਖੜੇ ਕਰ ਲਏ। ਇੰਦਰਜੀਤ ਨੂੰ ਫਿਕਰ ਹੋਇਆ, ਇਹ ਤਾਂ ਅੱਗ ਲੈਣ ਆਈ ਘਰ ਵਾਲੀ ਬਣ ਬੈਠਣ ਵਾਲੀ ਗੱਲ ਸੀ। ਇੰਦਰਜੀਤ ਨੂੰ ਸਭ ਤੋਂ ਵੱਡਾ ਰੰਜ ਤਾਂ ਇਹ ਸੀ ਕਿ 3-4 ਮਹੀਨੇ ਬੈਠੇ ਰਹਿਣ ਤੋਂ ਬਾਅਦ ਵੀ ਕੋਈ ਬੰਦਾ ਉਹਨੂੰ ਮਿਲਣ ਨਹੀਂ ਸੀ ਆਇਆ। ਚੱਲਦੇ ਪੁਰਜੇ ਤੇ ਕਹਿੰਦੇ ਕਹਾਉਂਦੇ ਸ਼ਹਿਰੀ ਨੂੰ ਅਣਗੌਲਿਆਂ ਕਰਨਾ ਬੜੀ ਭਾਰੀ ਤੋਹੀਨ ਸੀ। ਇੰਦਰਜੀਤ ਹਰਖਿਆ। ਉਹਨੇ ਆਪਣੇ ਖਾਸ ਚੇਲੇ ਚਾਟੜੇ ਇਕੱਠੇ ਕੀਤੇ। ਪਾਣੀ ਸਿਰ ਉੱਪਰੋਂ ਲੰਘ ਜਾਣ ਬਾਰੇ ਉਹਨਾਂ ਨੂੰ ਸੂਚਿਤ ਕੀਤਾ। ਰਾਤੋਂ ਰਾਤ ਬਸਤੀ 'ਚ ਪਰਲੋ ਆ ਗਈ। ਝੁੱਗੀਆਂ ਦੇ ਛੱਪਰ ਹੇਠਾਂ ਸੁੱਟ ਦਿੱਤੇ ਗਏ, ਚੁੱਲ੍ਹੇ ਚੌਂਕੇ ਖਿਲਾਰ ਦਿੱਤੇ। ਕੱਚੀਆਂ ਕੰਧਾਂ ਸ਼ਰਾਬੀਆਂ ਦੇ ਧੱਕਿਆਂ ਮੂਹਰੇ ਅੜ ਨਾ ਸਕੀਆਂ। ਦਿਨ ਚੜ੍ਹਦੇ ਨੂੰ ਨਵੀਂ ਵਸਰੀ ਬਸਤੀ ਇਹੋ ਜਿਹੀ ਹੋ ਗਈ ਜਿਵੇਂ ਕੁਮਾਰਾਂ ਦੇ ਕੱਚੇ ਭਾਂਡਿਆਂ 'ਚ ਭੂਤਰਿਆ ਸਾਹ ਨਾ ਵੜਿਆ ਹੋ। ਤਕੜੇ ਦਿਨ ਚੜੇ ਤੀਕਰ ਚੇਤਨ ਦਾ ਬਾਪੂ ਤੇ ਬਸਤੀ ਦੇ ਆਦਮੀ ਆਪਣੀਆਂ ਝੁੱਗੀਆਂ ਦੀਆਂ ਕਬਰਾਂ ਦੇ ਸਰਾਣੇ ਸਿਰ ਸੁੱਟੀ ਬੈਠੇ ਰਹੇ। ਕਿੱਧਰ ਜਾਵਾਂਗੇ? ਹਰ ਪਾਸਿਓਂ ਲਾਚਾਰ ਨਿਆਸਰੇ। ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਵੀ ਕੌਣ ਲੋਕ ਸਨ ਉਹਨਾਂ ਨੂੰ ਉਜਾੜਨ ਵਾਲੇ। ਤੀਵੀਆਂ ਬੇਬਸ ਹੋਈਆਂ ਬੈਠੀਆਂ ਸਨ, ਬੱਚੇ ਵਿਲਕ ਰਹੇ ਸਨ। ਉਧਰੋਂ ਲੰਘਦੇ ਕਿਸੇ ਸ਼ਹਿਰ ਵਾਸੀ ਨੇ ਹਮਦਰਦੀ ਦਿਖਾਉਂਦਿਆਂ ਸਲਾਹ ਦਿੱਤੀ, ਤੁਸੀਂ ਜਾ ਕੇ ਇੰਦਰਜੀਤ ਸਾਹਿਬ ਕੋਲ ਫਰਿਆਦ ਕਰੋ, ਐਡਾ ਬੁਰਾ ਆਦਮੀ ਨਹੀਂ, ਉਹ ਤੁਹਾਡੀ ਮਦਦ ਕਰੇਗਾ। ਬਸਤੀ 'ਚੋਂ ਚੇਤਨ ਦਾ ਬਾਪੂ ਰਘੂ ਹੀ ਸਿਆਣਾ ਸਮਝਿਆ ਜਾਂਦਾ ਸੀ। ਉਹਨੂੰ ਇੰਦਰਜੀਤ ਕੋਲ ਜਾਣ ਲਈ ਜ਼ੋਰ ਪਾਇਆ ਗਿਆ। ਉਸੇ ਦਿਨ ਰਘੂ ਪੁੱਛ-ਪੁਛਾ ਕੇ ਇੰਦਰਜੀਤ ਦੀ ਵਿਸ਼ਾਲ ਕੋਠੀ ਦੇ ਵੱਡੇ ਫਾਟਕ ਕੋਲ ਆ ਬੈਠਾ ਤੇ ਜਦੋਂ ਸਾਹਮਣਾ ਹੋਇਆ ਰਘੂ ਨੇ ਸਾਹਿਬ ਦੇ ਪੈਰ ਫੜ ਲਏ। ਨੰਗੇ ਅੰਬਰੀ ਭਟਕਦੇ ਬੱਚਿਆਂ ਲਈ ਉਸੇ ਥਾਂ ਟਿਕੇ ਰਹਿਣ ਲਈ ਫਰਿਆਦ ਕੀਤੀ, ਤੁਹਾਡੇ ਆਸਰਿਆਂ ਮਾਈ ਬਾਪ, ਨਿੱਕੇ-ਨਿੱਕੇ ਬੱਚੇ ਤੁਹਾਨੂੰ ਦੁਆਵਾਂ ਦੇਣਗੇ। ਅਸੀਂ ਬਿਨ ਮੁੱਲੋਂ ਤੁਹਾਡੀ ਗੁਲਾਮੀ ਕਰਾਂਗੇ। ਤੁਹਾਡੀਆਂ ਸਰਦਾਰੀਆਂ ਚਮਕਦੀਆਂ ਰਹਿਣ,
ਸੱਚਮੁੱਚ ਰਘੂ ਅੱਖਾਂ ਭਰ ਆਇਆ ਸੀ ਉਦੋਂ। ਕੌਣ ਏ? ਕੀ ਚਾਹੁੰਦਾ ਹੈ? ਹੈਰਾਨ ਹੋਏ ਇੰਦਰਜੀਤ ਨੇ ਆਪਣੇ ਪੈਰ ਛੁਡਾਉਂਦਿਆਂ ਪੁੱਛਿਆ ਸੀ। ਅਸੀਂ ਡੇਰਾ ਲਾਇਆ ਸੀ ਮਾਈ ਬਾਪ ਗੰਦੇ ਨਾਲੇ ਦੇ ਕੋਲ। ਚੰਗੇ ਭਲੇ ਸੁੱਤੇ ਸਾਂ, ਅੱਧੀ ਰਾਤੀ ਪਤਾ ਨਹੀਂ ਕਿਹੜੇ ਲੋਕਾਂ ਸਾਡੀਆਂ ਝੁੱਗੀਆਂ ਢਾਹ ਦਿੱਤੀਆਂ। ਅਸੀਂ ਕਿਸੇ ਦਾ ਕੀ ਗਵਾਉਂਦੇ ਸੀ। ਰਘੂ ਹੱਥ ਜੋੜੀ ਵਿਚਾਰਾ ਜਿਹਾ ਬਣੀ ਅਜੇ ਵੀ ਇੰਦਰਜੀਤ ਦੇ ਪੈਰਾਂ ਵਿੱਚ ਹੀ ਬੈਠਾ ਸੀ। ਕੁਝ ਪਲ ਉਂਝ ਦਾ ਉਂਝ ਖੜਾ ਰਿਹਾ ਇੰਦਰਜੀਤ। ਫਿਰ ਉਹਨੇ ਰਘੂ ਨੂੰ ਉੱਠਣ ਲਈ ਇਸ਼ਾਰਾ ਕੀਤਾ। ਮੈਂ ਪਤਾ ਕਰਾਂਗਾ ਕੌਣ ਬਦਮਾਸ਼ ਨੇ ਉਹ। ਸ਼ਾਮ ਨੂੰ ਮੌਕਾ ਵੇਖਣ ਵੀ ਆਵਾਂਗਾ ਜੇ ਵਕਤ ਮਿਲਿਆ ਤਾਂ। ਜੀ ਝੁੱਗੀਆਂ ਖੜੀਆਂ ਕਰ ਲਈਏ? ਰਘੂ ਦੀਆਂ ਅੱਖਾਂ 'ਚ ਚਮਕ ਆ ਗਈ। ਨਹੀਂ ਅਜੇ ਨਹੀਂ, ਮੇਰੇ ਆਉਣ ਤੋਂ ਬਾਅਦ, ਇੰਦਰਜੀਤ ਨੇ ਹੁਕਮ ਦਿੱਤਾ। ਰਘੂ ਪ੍ਰਣਾਮ ਕਰਕੇ ਮੁੜ ਪਿਆ ਤਾਂ ਪਿੱਛੋਂ ਹੀ ਇੰਦਰਜੀਤ ਨੇ ਪੁੱਛਿਆ, ਕੀ ਨਾਂ ਹੈ ਤੇਰਾ? ਜੀ ਰਘੂ ਹੈ, ਰਘੂਨਾਥ। ਰਘੂ ਨੇ ਫਿਰ ਹੱਥ ਜੋੜੇ ਤੇ ਸਾਹਬ ਦਾ ਜਾਣ ਲਈ ਇਸ਼ਾਰਾ ਪਾ ਕੇ ਤੁਰ ਪਿਆ। ਉਸੇ ਦਿਨ ਸ਼ਾਮ ਨੂੰ ਇੰਦਰਜੀਤ ਉਜੜੀ ਬਸਤੀ ਵੇਖਣ ਆਇਆ। 80-90 ਆਦਮੀ ਔਰਤਾਂ ਦਾ ਹਜੂਮ ਹੱਥ ਬੰਨੀ ਖੜਾ ਵੇਖ ਕੇ ਉਹ ਮਾਣ ਨਾਲ ਭਰ ਗਿਆ, ਜਿਵੇਂ ਇਸ ਬੇਨਾਮੀ ਬਸਤੀ ਦਾ ਉਹ ਰਾਜਾ ਹੋਵੇ। ਉਹਦੇ ਦਿਮਾਗ 'ਚ ਸੋਚ ਉਭਰੀ, ਇਸ ਭੀੜ ਤੇ ਜੇ ਅੱਜ ਮੈਂ ਆਸਾਨ ਕਰ ਦਿਆਂ ਤਾਂ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਬਲਦੀ ਅੱਗ 'ਚ ਝੋਂਕਿਆ ਜਾ ਸਕਦਾ। ਇਹਨਾਂ ਦੇ ਸਹਾਰੇ ਕਿਸੇ ਵੀ ਨਾਡੂ ਖਾਂ ਦੀ ਹਿੱਕ ਤੇ ਦੀਵਾ ਬਾਲਿਆ ਜਾ ਸਕਦਾ। ਇੰਦਰਜੀਤ ਨੇ ਉਹਨਾਂ ਨੂੰ ਉੱਥੇ ਟਿਕੇ ਰਹਿਣ ਦਾ ਆਸ਼ੀਰਵਾਦ ਦੇ ਦਿੱਤਾ ਤੇ ਨਾਲ ਹੀ ਹਦਾਇਤ ਕਰ ਦਿੱਤੀ ਕਿ ਕੋਈ ਵੀ ਪੱਕੀ ਉਸਾਰੀ ਨਹੀਂ ਕਰੇਗਾ। ਸ਼ੁਕਰਾਨੇ ਵਜੋਂ ਸਭਨਾਂ ਨੇ ਇੰਦਰਜੀਤ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ ਤੇ ਉਹਦੇ ਚਲੇ ਜਾਣ ਬਾਅਦ ਆਪਣੀਆਂ ਝੁੱਗੀਆਂ ਖੜੀਆਂ ਕਰਨ ਲੱਗੇ। ਦਿਨ ਬੀਤਣ ਲੱਗੇ, ਬੱਚੇ ਆਪਣੀ ਜੱਦੀ ਪੁਸ਼ਤੀ ਕੰਮ 'ਚ ਰੁੱਝ ਗਏ। ਉਹ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਕੂੜੇ ਦੇ ਢੇਰਾਂ ਤੇ ਫਿਰਨ ਲੱਗੇ। ਚੇਤਨ ਵਿਹਲਾ ਸੀ। ਇੱਥੋਂ ਆ ਕੇ ਸਕੂਲ ਜਾਣ ਦਾ ਕੋਈ ਪ੍ਰਬੰਧ ਅਜੇ ਹੋਇਆ ਹੀ ਨਹੀਂ ਸੀ। ਆਪਣੇ ਸਾਥੀਆਂ ਨਾਲ ਉਹ ਜਾਣਾ ਨਹੀਂ ਸੀ ਚਾਹੁੰਦਾ ਤੇ ਵਿਹਲਾ ਰਘੂ ਦੀਆਂ ਅੱਖਾਂ 'ਚ ਰੜਕਦਾ ਸੀ। ਆਪਣੇ ਬਾਪੂ ਤੋਂ ਡਰਦਾ ਉਹ 2 ਕੁ ਦਿਨ ਦੂਸਰੇ ਮੁੰਡਿਆਂ ਨਾਲ ਗਿਆ ਵੀ। ਉਹ ਕਿੰਨਾ ਹੀ ਚਿਰ ਕਿਸੇ ਮੁਹੱਲੇ 'ਚ ਇੱਕ ਸਕੂਲ ਮੂਹਰੇ ਖਲੋਤਾ ਅੰਦਰ ਪੜ੍ਹਦੇ ਬੱਚਿਆਂ ਨੂੰ ਹਸਰਤ ਨਾਲ ਵੇਂਦਾ ਰਿਹਾ ਤੇ ਜਦੋਂ ਨਾਲ ਦੇ ਮੁੰਡੇ ਕੁਛ ਨਾ ਕੁਛ ਨਿੱਕ ਸੁੱਕ ਲਿਆਏ ਤਾਂ ਚੇਤਨ ਦਾ ਖਾਲੀ ਬੋਰਾ ਵੇਖ ਕੇ ਰਘੂ ਖਿਜਿਆ। ਉਸ ਧੌਲ ਧੱਫਾ ਵੀ ਕੀਤਾ। ਚੇਤਨ ਬਾਲ ਹੱਠ ਕਰ ਬੈਠਾ। ਅਗਲੇ ਦਿਨ ਉਹ ਮੁੰਡਿਆਂ ਨਾਲ ਵੀ ਨਾ ਗਿਆ ਤੇ ਕੁਝ ਖਾਧਾ ਪੀਤਾ ਵੀ ਨਾ। ਰਘੂ ਮਨਾਉਣ ਲੱਗਦਾ ਤਾਂ ਉਹ ਇੱਕੋ ਗੱਲ ਕਹਿੰਦਾ, ਮੈਂ ਸਕੂਲ ਜਾਵਾਂਗਾ। ਰਘੂ ਨੂੰ ਗੁੱਸਾ ਵੀ ਬਹੁਤ ਆਉਂਦਾ। ਨਿੱਕੇ ਹੁੰਦੇ ਦੀ ਮਾਂ ਮਰ ਗਈ ਸੀ। ਕਿੰਨੇ ਯਤਨਾਂ ਨਾਲ ਰਘੂ ਨੇ ਉਹਨੂੰ ਪਾਲਿਆ ਸੀ। ਪੜ੍ਹ ਕੇ ਉਹਨਾਂ ਦੇ ਬੱਚਿਆਂ ਨੇ ਕਿਹੜਾ ਡੀਸੀ ਲੱਗ ਜਾਣਾ, ਜਿਹੜੇ 8-10 ਸਾਲ ਸਕੂਲ 'ਚ ਖੋਟੇ ਕਰਨੇ ਆ। ਉਹਦੇ ਨਾਲੋਂ ਤਾਂ ਚੰਗਾ ਹੁਣੇ ਕਿਸੇ ਕੰਮ ਧੰਦੇ 'ਚ ਪੈ ਜਾਏ। ਪਰ ਰਘੂ ਦੇ ਵਿਚਾਰ ਬੱਚੇ ਦੀ ਜ਼ਿੱਦ ਮੂਹਰੇ ਪੂਰੇ ਨਹੀਂ ਸੀ ਹੋਏ ਤੇ ਉਹ ਚੇਤਨ ਨੂੰ ਲਾਗੇ ਦੇ ਇੱਕ ਸਰਕਾਰੀ ਸਕੂਲ 'ਚ ਲੈ ਗਿਆ। ਹੈਡਮਾਸਟਰ ਨੇ ਚੇਤਨ ਨੂੰ ਕੁਝ ਕਿਤਾਬਾਂ ਪੜ੍ਹਾ ਕੇ ਵੇਖੀਆਂ, ਇੱਕ ਸਵਾਲ ਵੀ ਕਢਵਾਇਆ। ਚੇਤਨ ਦੀ ਲਿਆਕਤ ਤੋਂ ਹੈਡਮਾਸਟਰ ਪ੍ਰਭਾਵਿਤ ਹੋਇਆ, ਪਰ ਦਾਖਲ ਕਰਨ 'ਚ ਇੱਕ ਵਿਭਾਗੀ ਅੜਚਨ ਸੀ। ਪਿਛਲੇ ਸਕੂਲ ਦਾ ਸਰਟੀਫਿਕੇਟ ਜ਼ਰੂਰ ਚਾਹੀਦਾ ਸੀ। ਰਘੂ ਨੇ ਉਹ ਵੀ ਛੇਤੀ ਲੈ ਕੇ ਆਉਣ ਦਾ ਭਰੋਸਾ ਦਿੱਤਾ। ਹੈਡਮਾਸਟਰ ਨੇ ਚੇਤਨ ਨੂੰ ਜਮਾਤ 'ਚ ਬੈਠਣ ਦੀ ਆਗਿਆ ਦੇ ਦਿੱਤੀ। ਉਹ ਦਿਨ ਚੇਤਨ ਲਈ ਸਭ ਤੋਂ ਵੱਧ ਖੁਸ਼ੀਆਂ ਭਰਿਆ ਦਿਨ ਸੀ। ਚੇਤਨ ਨੂੰ ਯਾਦ ਹੈ 2 ਕੁ ਮਹੀਨੇ ਲੰਘੇ ਹੋਣਗੇ। ਇੱਕ ਸ਼ਾਮ ਇੰਦਰਜੀਤ ਦੀ ਜੀਪ ਵੇਖ ਕੇ ਬਸਤੀ ਵਾਲੇ ਹੈਰਾਨ ਹੋਏ। ਸ਼ਾਇਦ ਸਾਰੇ ਡਰ ਵੀ ਗਏ ਸੀ, ਕਿਤੇ ਝੁੱਗੀਆਂ ਨੂੰ ਢਾਉਣ ਜਾਂ ਇੱਥੋਂ ਚਲੇ ਜਾਣ ਦਾ ਹੁਕਮ ਆਇਆ ਹੋਵੇਗਾ। ਇੰਦਰਜੀਤ ਨੇ ਰਘੂ ਬਾਰੇ ਪੁੱਛਿਆ ਸੀ ਤਾਂ ਡਰਿਆ ਜੇ ਆਪਣੇ ਲੋਕਾਂ 'ਚ ਖੜਾ ਹੱਥ ਜੋੜ ਥੋੜਾ ਕੁ ਅਗਾਂਹ ਹੋ ਗਿਆ ਸੀ। ਇੰਦਰਜੀਤ ਰਘੂ ਨੂੰ ਲੋਕਾਂ ਤੋਂ ਥੋੜੀ ਦੂਰ ਲੈ ਗਿਆ। ਇਸ ਗੱਲ ਤੋਂ ਹੀ ਲੋਕਾਂ ਨੂੰ ਰਘੂ ਦੀ ਸਿਆਣਪ ਤੇ ਉਸ ਨਾਲ ਇੰਦਰਜੀਤ ਦੀ ਨੇੜਤਾ ਦਾ ਅਹਿਸਾਸ ਹੋਇਆ। ਬੰਦੇ ਚਾਹੀਦੇ ਨੇ 5-7 ਤਕੜੇ। ਇੱਕ ਪਾਸੇ ਲਿਜਾ ਕੇ ਇੰਦਰਜੀਤ ਦੀ ਕਹੀ ਹੁਕਮ ਵਰਗੀ ਗੱਲ ਸ਼ਾਇਦ ਲੋਕਾਂ ਨੇ ਨਹੀਂ ਸੀ ਸੁਣੀ। ਰਘੂ ਲਈ ਨਵੀਂ ਗੱਲ ਸੀ। ਉਹਨੂੰ ਇਹ ਨਹੀਂ ਸੀ ਸਮਝ ਆ ਰਹੀ ਵੀ ਬੰਦੇ ਦਿਹਾੜੀ ਤੇ ਚਾਹੀਦੇ ਨੇ ਜਾਂ ਵਗਾਰ ਕਰਾਉਣੀ ਹੈ। ਉਹ ਹੈਰਾਨ ਹੋਇਆ। ਇੰਦਰਜੀਤ ਵੱਲ ਝਾਕਿਆ ਤਾਂ ਸਾਹਿਬ ਨੇ ਸਪਸ਼ਟ ਕੀਤਾ, ਮੇਰੇ ਗੁਆਂਢ 'ਚ ਰਹਿੰਦਾ ਇੱਕ ਬਦਮਾਸ਼ ਜਿਹਾ ਆਦਮੀ। ਵੇਲੇ ਕੁ ਵੇਲੇ ਐਵੇਂ ਖੱਪ ਪਾਉਂਦਾ ਰਹਿੰਦਾ, ਪੀ ਕੇ ਪੁੱਠਾ ਸਿੱਧਾ ਬੋਲਦਾ। ਕੱਲ ਮੈਨੂੰ ਵੀ ਗਾਲਾਂ ਕੱਢ ਗਿਆ। ਆਪਾਂ ਉਹਦੀ ਖੂਬ ਝਾੜ ਝੰਬ ਕਰਨੀ ਹੈ, ਪੂਰੀ ਤਸੱਲੀ ਨਾਲ। ਬੰਦਾ ਮਰਨਾ ਨਹੀਂ ਚਾਹੀਦਾ, ਤੁਰਨ ਜੋਗਾ ਆਪਾਂ ਛੱਡਣਾ ਨਹੀਂ। ਰਘੂ ਨੂੰ ਦੁਚਿੱਤੀ 'ਚ ਖੜਾ ਵੇਖ ਕੇ ਇੰਦਰਜੀਤ ਨੇ ਧਮਕੀ ਵੀ ਦਿੱਤੀ, ਆ ਤੁਹਾਡੇ ਲੋਕਾਂ ਦਾ ਹੌਸਲਾ ਵੇਖਣਾ ਮੈਂ, ਫਿਰ ਸੋਚਾਂਗਾ ਤੁਸੀਂ ਇਸ ਥਾਂ ਤੇ ਵਸਣ ਦੇ ਲਾਇਕ ਹੋ ਜਾਂ ਨਹੀਂ। ਉਹਨੇ ਜੇਬ 'ਚੋਂ ਬਟੂਆ ਕੱਢਿਆ। 100-100 ਦੇ ਨੋਟ ਰਘੂ ਦੀ ਮੁੱਠ 'ਚ ਦਿੱਤੇ। ਖਰਚੇ ਦੀ ਪਰਵਾਹ ਨਾ ਕਰੀ, ਜੇ ਸਲਾਹ ਹੋਈ ਤਾਂ ਤੜਕੇ ਮੇਰੇ ਕੋਲ ਆ ਜਾਈਂ, ਮੈਂ ਬੰਦਾ ਵਿਖਾ ਦੂੰ ਤੈਨੂੰ, ਤੇ ਜੇ ਸਹਿਮਤੀ ਨਾ ਹੋਈ ਤਾਂ ਤੁਸੀਂ ਵੀ ਆਪਣਾ ਟਿਕਾਣਾ ਭਾਲਿਓ ਕਿਧਰੇ, ਮੈਂ ਚੱਲਦਾ। ਆਖ ਕੇ ਇੰਦਰਜੀਤ ਤਾਂ ਜੀਪ 'ਚ ਬਹਿ ਕੇ ਚਲਾ ਗਿਆ ਸੀ, ਪਰ ਬਸਤੀ ਦੇ ਸਾਰੇ ਲੋਕਾਂ ਨੂੰ ਰਾਤ ਭਰ ਸੂਲੀ ਤੇ ਲਟਕਦਾ ਛੱਡ ਗਿਆ ਸੀ। ਇਸ ਕਾਰਵਾਈ ਨੂੰ ਅਮਲ 'ਚ ਲਿਆਉਂਦਿਆਂ ਰਘੂ ਤੇ ਉਹਦੇ ਆਦਮੀਆਂ ਦੇ ਸੱਟਾਂ ਵੱਜੀਆਂ ਸਨ। ਬੇਸ਼ੱਕ ਇਹਨਾਂ ਨੇ ਇੰਦਰਜੀਤ ਦੇ ਗੁਆਂਢੀ ਦੀਆਂ ਦੋਵੇਂ ਲੱਤਾਂ ਤੋੜਤੀਆਂ ਸੀ। ਪੁਲਿਸ ਇਨਕੁਆਇਰੀ ਨੂੰ ਇੰਦਰਜੀਤ ਨੇ ਸਾਂਭ ਲਿਆ ਸੀ। ਆਪਣੇ ਬਾਪੂ ਦੀ ਟਹਿਲ ਸੇਵਾ ਕਰਦਾ ਚੇਤਨ ਕਈ ਵਾਰ ਰੋਇਆ ਸੀ। ਉਦੋਂ
ਇੱਕ ਦਿਨ ਸਹਾਰਾ ਦੇ ਕੇ ਬੈਠਾ ਕਰਦਿਆਂ ਉਹਨੇ ਆਪਣੇ ਬਾਪੂ ਤੋਂ ਪੁੱਛਿਆ, ਕਿਹਦੇ ਨਾਲ ਲੜਾਈ ਹੋਈ ਸੀ ਬਾਪੂ? ਪਤਾ ਨਹੀਂ ਬੇਟਾ, ਮੈਂ ਕਿਹੜਾ ਜਾਣਦਾ ਸੀ ਉਹਨੂੰ। ਤੇ ਜਿਹਨੇ ਆਪਣੇ ਘਰ ਟਾਏ ਸੀ ਉਹ ਤਾਂ ਨਹੀਂ ਸੀ? ਨਹੀਂ, ਉਹ ਤਾਂ ਨਹੀਂ ਸੀ। ਫਿਰ ਆਪਾਂ ਸਾਰੇ ਕਿਉਂ ਲੜਨ ਗਏ ਉਹਦੇ ਨਾਲ? ਚੇਤਨ ਹੈਰਾਨ ਤੇ ਭੈਭੀਤ ਸੀ। ਉਹਨੇ ਇੰਦਰਜੀਤ ਸਿੰਘ ਸਾਹਿਬ ਨੂੰ ਗਾਲਾਂ ਕੱਢੀਆਂ ਸਨ। ਪੀੜ ਦੀ ਕਸੀਸ ਵੱਟਦਿਆਂ ਰਘੂ ਬੋਲਿਆ, ਜੇ ਕੱਲ ਨੂੰ ਬਾਪੂ ਕਿਸੇ ਹੋਰ ਨੇ ਉਹਨੂੰ ਗਾਲਾਂ ਕੱਢੀਆਂ ਤਾਂ ਆਪਾਂ ਫੇਰ ਉਹਦੇ ਨਾਲ ਵੀ ਲੜਨ ਜਾਵਾਂਗੇ? ਭੋਲੇ ਭਾਅ ਚੇਤਨ ਨੇ ਪੁੱਛਿਆ। ਰਘੂ ਕੁਛ ਨਹੀਂ ਬੋਲਿਆ। ਝੁੱਗੀ ਦੀ ਵਿੰਗੀ ਟੇਢੀ ਛੱਤ ਵੱਲ ਵੇਂਦਾ ਰਿਹਾ। ਛੋਟੀ ਉਮਰ ਦੇ ਬਾਲ ਮੂੰਹੋਂ ਨਿਕਲੇ ਵੱਡੇ ਸਵਾਲ ਦਾ ਉਸ ਕੋਲ ਜਵਾਬ ਨਹੀਂ ਸੀ। ਇਸ ਘਟਨਾ ਤੋਂ ਬਾਅਦ ਇੱਕ ਸਿਲਸਿਲਾ ਬਣ ਗਿਆ। ਇੰਦਰਜੀਤ ਜਦੋਂ ਵੀ ਆਉਂਦਾ, ਕਦੇ ਕਿਸੇ ਰਾਜਨੀਤਿਕ ਰੈਲੀ 'ਚ ਸ਼ਾਮਲ ਹੋਣਾ ਹੁੰਦਾ, ਕਦੀ ਕਿਸੇ ਦੀ ਮਾਰ ਕੁਟਾਈ ਕਰਨੀ ਹੁੰਦੀ। ਚਾਟ ਤੇ ਲੱਗੀ ਮੱਝ ਵਾਂਗ ਬਸਤੀ ਦੇ ਲੋਕਾਂ ਨੂੰ ਇੰਦਰਜੀਤ ਦੇ ਪੈਸਿਆਂ ਤੇ ਮੁਫਤ ਦੀ ਸ਼ਰਾਬ ਰਾਸ ਆ ਗਈ। ਉਹ ਆਪਣਾ ਕੰਮ ਧੰਦਾ ਛੱਡ ਕੇ ਇੰਦਰਜੀਤ ਵੱਲੋਂ ਆਉਣ ਵਾਲੇ ਹੁਕਮਨਾਮੇ ਦੀ ਉਡੀਕ 'ਚ ਸਾਰਾ ਦਿਨ ਬੈਠੇ ਰਹਿੰਦੇ। ਜੇ ਕੋਈ ਗੱਲ ਨਾ ਬਣਦੀ ਤਾਂ ਹਨੇਰੇ ਸਵੇਰੇ ਉਧਰੋਂ ਲੰਘਦੇ ਕਿਸੇ ਰਾਹਗੀਰ ਦੀ ਖੋਹ ਖਿੰਝ ਕਰਦੇ। ਪਛਾਣੇ ਜਾਣ ਤੇ ਕਦੇ ਜੇ ਫੜੇ ਵੀ ਜਾਂਦੇ ਤਾਂ ਇੰਦਰਜੀਤ ਦਾ ਫੋਨ ਉਹਨਾਂ ਨੂੰ ਛੁਡਵਾ ਲਿਆਉਂਦਾ। ਚੇਤਨ ਨੂੰ ਯਾਦ ਆਇਆ, ਇੱਕ ਵਾਰ ਕਮਿਊਨਿਸਟਾਂ ਦੀ ਰੈਲੀ ਹੋ ਰਹੀ ਸੀ ਸ਼ਹਿਰ 'ਚ। ਰਘੂ ਤੇ ਉਹਦੇ ਆਦਮੀਆਂ ਨੇ ਕਾਲੇ ਝੰਡੇ ਲੈ ਕੇ ਰੈਲੀ 'ਚ ਰੌਲਾ ਰੱਪਾ ਪਾਉਣਾ ਸੀ ਤੇ ਦੂਸਰੀ ਪਾਰਟੀ ਦੇ ਹੱਕ 'ਚ ਨਾਅਰੇ ਲਾਉਣੇ ਸੀ ਤੇ ਇੰਦਰਜੀਤ ਸਭ ਕੁਝ ਸਮਝਾ ਗਿਆ ਸੀ। ਉਹਦਾ ਬਾਪੂ ਤੇ ਬਸਤੀ ਵਾਲੇ ਜਲੂਸ ਦੀ ਸ਼ਕਲ 'ਚ ਸ਼ਹਿਰ ਵਾਲੇ ਵੱਲ ਨੂੰ ਤੁਰੇ। ਇੱਕ ਨਾਕੇ ਤੇ ਹਜੂਮ ਨੂੰ ਰੋਕ ਕੇ ਅਫਸਰ ਨੇ ਪੁੱਛਿਆ ਸੀ, ਕੀ ਕਰਨ ਜਾ ਰਹੇ ਹੋ? ਕਾਲੇ ਝੰਡੇ ਦਿਖਾਣਾ ਹੈ, ਰਘੂ ਸਭ ਤੋਂ ਮੂਹਰੇ ਹੋ ਕੇ ਬੋਲਿਆ ਸੀ। ਕਿਸ ਨੂੰ ਦਿਖਾਣਾ ਹੈ? ਰਘੂ ਨੂੰ ਸੱਚਮੁੱਚ ਨਹੀਂ ਸੀ ਪਤਾ ਕੌਣ ਨੇਤਾ ਆ ਰਿਹਾ। ਆਪ ਕੌਣ ਹੈ? ਕੁछ देर बाद अफसर ने हंस के पूछा। हम ये लोग का नेता है साहब, रघु ने मान नाल कहा। वो तो ठीक है, पर आप हैं कौन? अफसर फिर व्यंग नाल हंसिया सी। कहा तो है हम नेता है, कांग्रेसी हो? अफसर ने फिर पूछा। नहीं साहब, रघु ने स्पष्ट उत्तर दिता। कौन पार्टी है? अफसर ने पूछा। काहे दी पार्टी साहब, भुख ते मजबूरी साडी पार्टी है। जेड़ा भी 4 पैसे ते खाण नूं दे दिंदा उसे दा झंडा उठा के तुर पैने। ਹੁਣ ਬਸਤੀ ਵਾਲੇ ਪਾਸੇ ਨਿੱਕੀਆਂ ਮੋਟੀਆਂ ਖੋਹਾਂ ਆਮ ਹੋਣ ਲੱਗ ਪਈਆਂ। ਜੇ ਕੋਈ ਥਾਣੇ ਰਿਪੋਰਟ ਲਿਖਵਾਉਣ ਜਾਂਦਾ ਤਾਂ ਥਾਣੇ ਵਾਲੇ ਉਸ ਕੋਲੋਂ 150 ਹੋਰ ਝਾੜਦੇ। ਮੁਜਰਮ ਵੀ ਨਾ ਫੜਿਆ ਜਾਂਦਾ। ਖੱਜਲ ਖੁਆਰੀ ਵਾਧੂ ਦੀ। ਉਧਰ ਕੀ ਲੈਣ ਗਿਆ ਸੀ? ਕਿੰਨੇ ਵਜੇ ਸੀ? ਕਿੰਨੇ ਆਦਮੀ ਸੀ? ਗਵਾਹ ਕੌਣ ਹੈ? ਪੂਰਾ ਅਤਾ ਪਤਾ। ਇਹ ਤਾਂ ਨਮਾਜ਼ ਬਖਸ਼ਾਉਣ ਗਏ ਰੋਜ਼ੇ ਗਲ ਪਵਾ ਕੇ ਮੁੜਨ ਵਾਲੀ ਗੱਲ ਹੁੰਦੀ। ਸ਼ਰੀਫ ਆਦਮੀ ਹਨੇਰੇ ਸਵੇਰੇ ਉਧਰ ਜਾਣੋਂ ਹੀ ਹਟ ਗਏ। ਇੱਕ ਵਾਰ ਰਘੂ ਦੇ ਆਦਮੀਆਂ ਨੇ ਜੀਟੀ ਰੋਡ ਤੇ ਇੱਕ ਕਾਰ ਘੇਰ ਲਈ। ਹੱਥੋਂ ਪਾਈ ਹੁੰਦਿਆਂ ਕਾਰ ਚਲਾਉਣ ਵਾਲੇ ਦੇ ਪੇਟ 'ਚ ਚਾਕੂ ਦਾ ਡੂੰਘਾ ਕੱਟ ਲੱਗਿਆ। ਬਟੂਆ ਤੇ ਘੜੀ ਤਾਂ ਉਹ ਖੁਆਈ ਬੈਠਾ ਸੀ। ਮਗਰੋਂ ਪਤਾ ਲੱਗਿਆ ਇਹ ਕਾਰ ਵਾਲਾ ਤਾਂ ਇੰਦਰਜੀਤ ਦੇ ਸਾਲੇ ਦਾ ਪੁੱਤ ਸੀ। ਪੁਲਿਸ ਨੇ ਸਾਰੀ ਬਸਤੀ ਕੁੱਟ-ਕੁੱਟ ਅਧਮੋਈ ਕਰਤੀ। ਔਰਤਾਂ ਨੂੰ ਵੀ ਬਖਸ਼ਿਆ ਨਹੀਂ ਗਿਆ। ਇੰਦਰਜੀਤ ਨੇ ਆਪ ਕੋਲੇ ਖੜ ਕੇ ਕੁੱਟਵਾਈ। ਚੇਤਨ ਉਦੋਂ 10ਵੀਂ ਜਮਾਤ 'ਚ ਪੜ੍ਹਦਾ ਸੀ। ਇਮਤਿਹਾਨ ਹੋਣ ਵਾਲੇ ਸੀ ਤੇ ਉਹ ਘਰ ਬਹਿ ਕੇ ਤਿਆਰੀ ਕਰ ਰਿਹਾ ਸੀ। ਪੁਲਿਸ ਦੀ ਕੁੱਟ ਨਾਲ ਕਰਾਉਂਦੇ ਆਪਣੇ ਲੋਕਾਂ ਵੱਲ ਵੇਖ ਕੇ ਬਹੁਤ ਦੁਖੀ ਹੋਇਆ। ਕੋਈ ਉਹਦਾ ਭਰਾ ਲੱਗਦਾ ਸੀ, ਕੋਈ ਚਾਚਾ, ਕੋਈ ਤਾਇਆ, ਕੋਈ ਬਾਬਾ। ਉਹ ਹੈਰਾਨ ਸੀ। ਇੱਕ ਹੀ ਆਦਮੀ ਨੇ ਜਦੋਂ ਚਾਹਿਆ ਕੁੱਟਵਾਤਾ, ਜਦੋਂ ਚਾਹਿਆ ਵਗਾਰ ਲਈ ਸੱਦ ਲਏ। ਉਹ ਇੱਕ ਬਿਰਧ ਕੋਲ ਜਾ ਬੈਠਾ। ਪੀੜ ਹੁੰਦੀ ਹੈ ਬਾਬਾ? ਉਹਨੇ ਮੋਹ ਤੇ ਹਮਦਰਦੀ ਨਾਲ ਪੁੱਛਿਆ। ਅਫਸਰਾਂ ਦੇ ਕੁੱਟੇ ਦੀ ਕਾਹਦੀ ਪੀੜ ਪੁੱਤਰਾ? ਤੂੰ ਅੱਜ ਸਕੂਲੇ ਨਹੀਂ ਗਿਆ? ਬਿਰਧ ਨੇ ਗੱਲ ਹੋਰ ਪਾਸੇ ਪਾਉਣੀ ਚਾਹੀ। ਬਾਬਾ, ਆਪਣੀ ਹਾਲਤ ਤਾਂ ਭੇਡਾਂ ਬੱਕਰੀਆਂ ਨਾਲੋਂ ਵੀ ਭੈੜੀ ਹੋ ਗਈ ਹੈ। ਜੇ ਕੁਝ ਖਾਣ ਨੂੰ ਦਿੱਤਾ, ਜੋ ਕੁਝ ਖਾਣ ਨੂੰ ਦਿੱਤਾ ਖਾ ਲਿਆ। ਜੇ 4 ਲੱਤਾਂ ਮਾਰੀਆਂ ਸਹਿ ਲੀਆਂ, ਪਰ ਮੌਕਾ ਲੱਗੇ ਤੋਂ ਤਾਂ ਪਸ਼ੂ ਵੀ ਸਿੰਘ ਮਾਰਨੋਂ ਹਟਦਾ ਨਹੀਂ। ਆਪਾਂ ਤਾਂ ਗਏ ਗੁਜਰੇ ਬਣੇ ਪਏ ਆ। ਬੜੀ ਅਣਖ ਨਾਲ ਜਿਉਂਦੇ ਸਾਂ ਪੁੱਤਰਾ। ਸਾਡੇ ਕਬੀਲਿਆਂ ਵੱਲ ਕਹਿਰੀ ਅੱਖ ਝਾਕਣ ਵਾਲੇ ਦੀਆਂ ਅੱਖਾਂ ਕੱਢ ਦਿੰਦੇ ਸਾਂ, ਪਰ ਹੁਣ ਪਤਾ ਨਹੀਂ ਕੀ ਵਾਹ ਵਗ ਗਈ ਹੈ। ਅਣਖ ਦੀ ਅਣਖ ਹੀ ਮਾਰੀ ਗਈ ਸੀ। ਤੇਰੇ ਬਾਪ ਨੂੰ ਪਤਾ ਨਹੀਂ ਕੀ ਹੋ ਗਿਆ। ਉਹਨੇ ਸਾਰੇ ਟੋਲੇ ਦੀ ਜ਼ਮੀਰ ਗਹਿਣੇ ਧਰਤੀ ਸੀ ਆਪਣੇ ਸਾਹਿਬ ਕੋਲ। ਅਣਖ ਬੜੀ ਵੱਡੀ ਗੱਲ ਹੁੰਦੀ ਸੀ ਪੁੱਤਰਾ ਸਾਡੇ ਲਈ। ਚੇਤਨ ਬਜ਼ੁਰਗ ਦੀਆਂ ਸਲਾਬੀਆਂ ਅੱਖਾਂ 'ਚ ਝਾਕਿਆ ਤਾਂ ਜਾਪਿਆ ਜਿਵੇਂ ਉਹ ਪੁਰਾਣੇ ਚੰਗੇ ਸਮਿਆਂ ਦੇ ਰੂਬਰੂ ਖੜਾ ਹੋਵੇ। ਉਸੇ ਸ਼ਾਮ ਇੰਦਰਜੀਤ ਆਇਆ। ਅੱਜ ਉਸ ਨਾਲ 3 ਆਦਮੀ ਹੋਰ ਵੀ ਸਨ। ਇਹਤਿਆਤ ਲਈ ਉਹ ਨਾਲ ਲੈ ਕੇ ਆਇਆ ਸੀ। ਬਸਤੀ ਦੇ ਭੜਕੇ ਲੋਕ ਕਿਤੇ ਉਹਦੇ ਗਲ ਨਾ ਪੈ ਜਾਣ। ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਇਹ ਸਾਡਾ ਆਪਣਾ ਮੁੰਡਾ ਸੀ। ਹਸਪਤਾਲ ਵਿੱਚ ਅਜੇ ਵੀ ਉਹ ਬੇਹੋਸ਼ ਪਿਆ। ਇੰਦਰਜੀਤ ਨੇ ਬਸਤੀ ਦੇ ਲੋਕਾਂ ਨੂੰ ਉਹਨਾਂ ਦੇ ਦੋਸਤ ਤੋਂ ਜਾਣੂ ਕਰਵਾਇਆ। ਉਹਦੇ ਮੱਥੇ ਉੱਪਰ ਥੋੜਾ ਲਿਖਿਆ ਸੀ, ਸਾਹਿਬ ਉਹ ਤੁਹਾਡਾ ਰਿਸ਼ਤੇਦਾਰ ਹੈ। ਸਾਨੂੰ ਮੂਰਖਾਂ ਨੂੰ ਕੀ ਪਤਾ, ਅਸੀਂ ਸਮਝਿਆ ਕੋਈ ਆਮ ਆਦਮੀ ਹੋਏਗਾ। ਰਘੂ ਨੇ ਮੰਜੇ ਤੇ ਪਿਆ ਹੀ ਹੱਥ ਜੋੜੇ, ਫਿਰ ਇਤਰਾਜ਼ ਕੀਤਾ।
ਉਹਨਾਂ ਨੇ ਤਾਂ ਸਾਡੀਆਂ ਤੀਵੀਆਂ ਤੇ ਬੱਚਿਆਂ ਨੂੰ ਵੀ ਕੁੱਟਿਆ। ਕੁਝ ਵਧੀਕੀ ਹੋ ਗਈ ਹੈ, ਮੈਨੂੰ ਪਤਾ ਹੈ। ਪੁਲਿਸ ਦੇ ਅਫਸਰਾਂ ਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਮੇਰੇ ਆਦਮੀ ਹੋ ਤੇ ਮੇਰੀ ਸ਼ਹਿਰ ਤੇ ਉਹ ਸਾਰੀਆਂ ਵਾਰਦਾਤਾਂ ਕਰਦੇ ਹੋ। ਮੇਰੇ ਲਈ ਇਹ ਡਰਾਮਾ ਕਰਨਾ ਬੜਾ ਜ਼ਰੂਰੀ ਹੋ ਗਿਆ ਸੀ। ਉੱਪਰੋਂ ਮੇਰੀ ਵੀ ਖਿੱਚਾ ਧੂਈ ਹੋ ਸਕਦੀ ਹੈ। ਉਹ ਕਹਿ ਸਕਦੇ ਆ ਤੂੰ ਸ਼ਹਿਰ ਦਾ ਅਮਨ ਭੰਗ ਕਰਵਾ ਰਿਹਾ। ਹੁਣ ਮੈਂ ਤੁਹਾਡੇ ਨਾਲ ਆ, ਹਰ ਦੁੱਖ ਸੁੱਖ ਵੇਲੇ। ਅੱਧੀ ਰਾਤ ਨੂੰ ਵੀ ਲੋੜ ਹੋਵੇ ਮੇਰਾ ਦਰ ਖੜਕਾਓ, ਮੈਂ ਹਾਜ਼ਰ ਹੋਵਾਂਗਾ। ਮੈਂ ਮਜਬੂਰ ਸਾਂ। ਵੇਲੇ ਦੇ ਅਫਸਰਾਂ ਨੂੰ ਖੁਸ਼ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਇੰਦਰਜੀਤ ਦੀਆਂ ਗੱਲਾਂ ਸੁਣ ਕੇ ਸਭਨਾਂ ਦੇ ਚਿਹਰਿਆਂ ਦੀਆਂ ਕੱਸੀਆਂ ਤਣਾਵਾਂ ਢਿੱਲੀਆਂ ਪੈਣ ਲੱਗੀਆਂ। ਬਸਤੀ ਵਾਲਿਆਂ ਦੀ ਦਵਾ ਦਾਰੂ ਲਈ ਕੁਝ ਪੈਸੇ ਦੇ ਕੇ ਇੰਦਰਜੀਤ ਤੇ ਉਹਦੇ ਆਦਮੀ ਚਲੇ ਗਏ। ਉਹਨਾਂ ਪੈਸਿਆਂ ਦੀ ਦਵਾ ਤਾਂ ਨਹੀਂ, ਦਾਰੂ ਆ ਗਈ। ਸਾਰੀ ਰਾਤ ਬਸਤੀ 'ਚ ਹੁੱਲੜਬਾਜ਼ੀ ਹੁੰਦੀ ਰਹੀ। ਤੀਵੀਆਂ ਵੀ ਸ਼ਰਾਬੀ ਹੋਈਆਂ ਬਾਈਪਾਸ ਤੋਂ ਆਉਂਦੇ ਟਰੱਕਾਂ ਦੀ ਰੋਸ਼ਨੀ 'ਚ ਨੱਚਣ ਲੱਗੀਆਂ। ਜਵਾਨ ਮੁੰਡੇ ਕੁੜੀਆਂ ਝੁੱਗੀਆਂ ਦੇ ਓਹਲੇ ਵਿੱਚ ਲੁਕਣ ਮੀਚਾਂ ਖੇਡਣ ਲੱਗੇ। ਕਈ ਆਪਸ 'ਚ ਹੱਥੋਂ ਪਾਈ ਹੋਏ, ਕੋਈ ਚਿੱਕੜ 'ਚ ਲਿਬੜਿਆ, ਕਿਸੇ ਦੇ ਕੱਪੜਿਆਂ ਤੇ ਦਾਲ ਡੁੱਲੀ, ਕੋਈ ਉਲਟੀਆਂ ਕਰਦਾ ਰਿਹਾ। ਨਿੱਕੇ ਬੱਚੇ ਆਪਣੇ ਪਿਓਆਂ ਤੇ ਮਾਵਾਂ ਨੂੰ ਭਾਲ ਕੇ ਚੀਕ ਚਿਹਾੜਾ ਪਾਉਂਦੇ ਰਹੇ। ਦਿਨ ਵੇਲੇ ਦਾ ਕੁਝ ਹੋਇਆ ਬੀਤਿਆ ਉਹ ਭੁੱਲ ਭੁਲਾ ਗਏ। ਇਹਨਾਂ ਦੀਆਂ ਹਰਕਤਾਂ ਤੋਂ ਖਿੱਝ ਕੇ ਤੇ ਰੌਲੇ ਰੱਪੇ ਤੋਂ ਵੇਸਲਾ ਹੁੰਦਾ ਚੇਤਨ ਆਪਣੀ ਝੁੱਗੀ 'ਚ ਸਰੋਂ ਦੇ ਤੇਲ ਦੇ ਦੀਵੇ ਦੀ ਲੋਚ ਚੁੱਪਚਾਪ ਅਣਮੰਨੇ ਜੇ ਮਨ ਨਾਲ ਇਮਤਿਹਾਨ ਦੀ ਤਿਆਰੀ ਕਰਦਾ ਰਿਹਾ। ਅੱਜ ਤੱਕ ਇਸ ਬਸਤੀ ਨੂੰ ਕੋਈ ਨਾਮ ਨਹੀਂ ਸੀ ਮਿਲ ਸਕਿਆ। ਬੜੇ ਚਾਅ ਨਾਲ ਚੇਤਨ ਨੇ ਇੱਕ ਵਾਰ ਟੀਨ ਦੇ ਪੱਤਰੇ ਉੱਪਰ ਪ੍ਰੇਮ ਨਗਰ ਲਿਖ ਕੇ ਆਪਣੀ ਝੁੱਗੀ ਦੇ ਉੱਚੇ ਬਾਂਸ ਨਾਲ ਲਟਕਾਇਆ ਸੀ। ਮੀਆਂ ਧੁੱਪਾਂ 'ਚ ਧੁੰਦਲਾ ਹੋਇਆ ਇਹ ਨਾਮ ਬੜਾ ਚਿਰ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਦਾ। ਫਿਰ ਕਿਸੇ ਨੇ ਇਹਦਾ ਨਾਂ ਸ਼ਾਂਤੀ ਨਗਰ ਰੱਖ ਲਿਆ। ਕੁਝ ਮਹੀਨਿਆਂ ਬਾਅਦ ਇਹ ਨਾਂ ਗਾਂਧੀ ਨਗਰ ਹੋ ਗਿਆ। ਇੰਦਰਾ ਗਾਂਧੀ ਦੀ ਚੜ੍ਹਤ ਵੇਲੇ ਇਹਦਾ ਨਾਂ ਇੰਦਰਾਪੁਰੀ ਰੱਖਿਆ ਗਿਆ। ਇੱਕ ਵਾਰ ਸ਼ਹਿਰ ਦਾ ਕੋਈ ਸ਼ਰਾਰਤੀ ਇੱਕ ਫੱਟੇ ਉੱਪਰ ਭੂਤ ਨਗਰੀ ਲਿਖ ਕੇ ਲਟਕਾ ਗਿਆ। ਐਵੇਂ ਇੱਕ ਵਾਰ ਕੋਈ ਗੰਦੇ ਨਾਲੇ ਦੀ ਪੁਲੀ ਉੱਪਰ ਪਹਾੜੇ ਦੇ ਟੱਟੂਆਂ ਦਾ ਨਗਰ ਲਿਖ ਕੇ ਬਸਤੀ ਵੱਲ ਤੀਰ ਦਾ ਇਸ਼ਾਰਾ ਬਣਾ ਗਿਆ। ਵੇਲੇ ਵੇਲੇ ਚੇਤਨ ਅਜਿਹੇ ਉਲਟੇ ਸਿੱਧੇ ਨਾਵਾਂ ਨੂੰ ਮਿਟਾਉਣ 'ਚ ਲੱਗਿਆ ਰਹਿੰਦਾ। 10ਵੀਂ ਦੇ ਇਮਤਿਹਾਨਾਂ ਤੋਂ ਬਾਅਦ ਚੇਤਨ ਵਿਹਲਾ ਸੀ। ਉਹਨੇ ਬਸਤੀ ਦੇ ਮੁੰਡਿਆਂ ਨਾਲ ਰਲ ਕੇ ਆਲੇ ਦੁਆਲੇ ਨੂੰ ਸਾਫ਼ ਕਰਨ ਦਾ ਪ੍ਰੋਗਰਾਮ ਬਣਾਇਆ। ਇੱਕ ਨੌਜਵਾਨ ਸਭਾ ਬਣਾਉਣ ਦਾ ਵੀ ਉਹਦਾ ਵਿਚਾਰ ਸੀ। ਆਪਣੀ ਪਾਠ ਪੁਸਤਕ 'ਚ ਉਹਨੇ ਆਦਰਸ਼ਕ ਪਿੰਡ ਬਾਰੇ ਪੜ੍ਹਿਆ ਸੀ। ਉਹ ਚਾਹੁੰਦਾ ਸੀ ਜੇ ਬਸਤੀ ਵਾਲੇ ਸਾਥ ਦੇਣ ਤਾਂ ਉਹ ਵੀ ਬਸਤੀ ਦੀ ਨੁਹਾਰ ਲਿਸ਼ਕਾ ਸਕਦਾ ਹੈ। ਇਹ ਖਬਰਾਂ ਇੰਦਰਜੀਤ ਕੋਲ ਵੀ ਪਹੁੰਚ ਗਈਆਂ ਸਨ। ਉਹਨੇ ਰਘੂ ਨੂੰ ਬੁਲਾਇਆ। ਸਾਹਬ ਦੇ ਮੱਥੇ 'ਚ ਸਪੋਲੀਏ ਬਣੇ ਵੇਖ ਕੇ ਹੀ ਰਘੂ ਸਮਝ ਗਿਆ ਸੀ ਫਿਰ ਕੋਈ ਗਲਤੀ ਹੋ ਗਈ ਹੈ। ਆਦਤ ਅਨੁਸਾਰ ਉਹ ਹੱਥ ਬੰਨ੍ਹ ਕੇ ਸਾਹਬ ਦੇ ਮੂਹਰੇ ਖੜੋ ਗਿਆ। ਤੇਰੇ ਲੜਕੇ ਦੇ ਲੱਛਣ ਠੀਕ ਨਹੀਂ ਦਿਸਦੇ ਮੈਨੂੰ, ਇੰਦਰਜੀਤ ਨੇ ਪਹਿਲਾ ਡੰਗ ਮਾਰਿਆ। ਰਘੂ ਹੈਰਾਨ ਹੋਇਆ। ਜਨਾਬ ਉਹ ਤਾਂ ਕਦੇ ਘਰੋਂ ਬਾਹਰ ਨਹੀਂ ਨਿਕਲਿਆ। ਉਹ ਬਸਤੀ ਦੇ ਦੂਸਰੇ ਮੁੰਡੇ ਨੂੰ ਖਰਾਬ ਕਰ ਰਿਹਾ ਹੈ, ਸਭਾ ਬਣਾ ਰਿਹਾ ਇੱਕ। ਇੰਨਾ ਸ਼ੌਕ ਹੋ ਗਿਆ ਉਹਨੂੰ ਨੇਤਾਗਿਰੀ ਕਰਨ ਦਾ। ਇੰਦਰਜੀਤ ਦੀਆਂ ਅੱਖਾਂ 'ਚ ਅੱਗ ਬਲ ਉੱਠੇ। ਨਾਦਾਨ ਹੈ ਜੀ, ਬੱਚਾ ਹੈ। ਰਘੂ ਸੱਚਮੁੱਚ ਡਰ ਗਿਆ। ਬੱਚਾ ਹੈ? ਸਾਹਬ ਨੇ ਸਾਂਗ ਲਾ ਕੇ ਚੜਾਇਆ। ਤੈਨੂੰ ਪਤਾ ਹੈ ਉੱਤੋਂ ਸਮਾਂ ਕਿਸ ਤਰ੍ਹਾਂ ਦਾ ਜਾ ਰਿਹਾ? ਕੀ ਪਤਾ ਉਹ ਮੀਟਿੰਗਾਂ ਕਰਕੇ ਦੇਸ਼ ਵਿਰੁੱਧ ਕੋਈ ਸਾਜ਼ਿਸ਼ ਘੜਦਾ ਹੋਵੇ। ਜੇ ਕੋਈ ਊਚ ਨੀਚ ਹੋ ਗਈ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ। ਇਹ ਕੀ ਆਖਦੇ ਹੋ ਮਾਈ ਬਾਪ? ਅਸੀਂ ਤਾਂ ਜਿਉਂਦੇ ਹੀ ਤੁਹਾਡੇ ਆਸਰੇ ਹਾਂ। ਡਡਿਆ ਕੇ ਰਘੂ ਇੰਦਰਜੀਤ ਦੇ ਪੈਰਾਂ ਵੱਲ ਆਇਆ। ਫਿਰ ਲਗਾਮ ਦੇ ਉਸ ਹਰਾਮਜ਼ਾਦੇ ਨੂੰ। ਇੰਦਰਜੀਤ ਪਿੱਛੇ ਹਟਦਾ ਬੋਲਿਆ। ਜਿੱਦਾਂ ਥਾਣੇ ਜਾ ਕੇ ਮੁੱਦਾ ਪਾ ਲਿਆ, ਲੀਡਰੀ ਦਾ ਸ਼ੌਕ 5 ਮਿੰਟ 'ਚ ਨਿਕਲ ਜੂ। ਮੈਂ ਉਹਦੇ ਕੰਨ ਖਿੱਚੂ ਜਨਾਬ, ਤੁਸੀਂ ਆਪਣਾ ਹੱਥ ਸਾਡੇ ਸਿਰ ਤੇ ਹੀ ਰੱਖਿਓ। ਮੈਂ ਸਮਝਾਊਂ ਉਸ ਮੂਰਖ ਨੂੰ। ਆਖਦਾ ਰਘੂ ਇਸ ਤਰ੍ਹਾਂ ਪਿੱਛੇ ਹਟ ਰਿਹਾ ਸੀ ਜਿਵੇਂ ਕੋਈ ਸ਼ਰਧਾਲੂ ਗੁਰਦੁਆਰੇ ਮੱਥਾ ਟੇਕ ਕੇ ਸਤਿਕਾਰ ਵਜੋਂ ਪਿੱਠ ਨਹੀਂ ਘੁਮਾਉਂਦਾ। ਹਾਲਾਤ ਦਿਨੋਂ ਦਿਨ ਬਦਲ ਰਹੇ ਸਨ। ਹਰ ਰੋਜ਼ ਕਤਲ, ਹਰ ਰੋਜ਼ ਲੁੱਟਾਂ ਖੋਹਾਂ, ਬੈਂਕ ਡਕੈਤੀਆਂ। ਪੁਲਿਸ CRP ਦੀਆਂ ਟੁਕੜੀਆਂ ਬਾਜ਼ਾਰਾਂ 'ਚ ਗਸ਼ਤ ਕਰਦੀਆਂ। ਥਾਂ ਥਾਂ ਨਾਕਾਬੰਦੀ ਹੁੰਦੀ। ਹਰ ਕੋਈ ਇੱਕ ਦੂਸਰੇ ਨੂੰ ਸ਼ੱਕ ਨਾਲ ਵੇਖਣ ਲੱਗਾ। ਕਦੇ ਇੱਕ ਫਿਰਕੇ ਦੇ ਲੋਕ ਭੜਕ ਜਾਂਦੇ, ਕਦੇ ਦੂਸਰੇ ਫਿਰਕੇ ਦੇ ਲੋਕ ਭੜਕ ਜਾਂਦੇ। ਹਰ ਪਾਸੇ ਅਵਿਸ਼ਵਾਸ। ਜੇ ਕਦੇ ਬਾਹਰ ਗਏ ਤਾਂ ਪਤਾ ਨਹੀਂ ਘਰ ਮੁੜਾਂਗੇ ਵੀ ਜਾਂ ਨਹੀਂ। ਪੂਰੀ ਕਾਇਨਾਤ ਵਿੱਚ ਮੌਤ ਹਨੇਰੇ 'ਚ ਮੰਡਰਾਉਂਦੇ ਚਮਗਿੱਦੜਾਂ ਵਾਂਗ ਘੁੰਮਣ ਲੱਗੀ। ਅਜਿਹੇ ਸਮੇਂ ਵਿੱਚ ਹੀ ਇੰਦਰਜੀਤ ਇੱਕ ਸ਼ਾਮ ਬਸਤੀ 'ਚ ਆਇਆ ਸੀ। ਸਾਰੇ ਲੋਕ ਇਕੱਠੇ ਕੀਤੇ। ਬੜੀ ਦੇਰ ਉਹਨਾਂ ਨੂੰ ਕੁਝ ਸਮਝਾਉਂਦਾ ਰਿਹਾ। ਉਹਦੇ ਚਲੇ ਜਾਣ ਪਿੱਛੋਂ ਬਸਤੀ ਵਾਲੇ ਆਪਸ ਵਿੱਚ ਵੀ ਕਾਨਾਫੂਸੀ ਕਰਦੇ ਰਹੇ ਸੀ। ਚੇਤਨ ਨੂੰ ਸੂਹ ਲੱਗ ਗਈ ਸੀ। ਉਹਨੇ ਆਪਣੇ ਬਾਪੂ ਨੂੰ ਇਹ ਨੀਚ ਕੰਮ ਕਰਨੋਂ ਰੋਕਿਆ ਸੀ। ਰਘੂ ਨੇ ਇੰਦਰਜੀਤ ਸਿੰਘ ਦੀਆਂ ਦਿੱਤੀਆਂ ਸਾਰੀਆਂ ਧਮਕੀਆਂ ਜਦੋਂ ਚੇਤਨ ਨੂੰ ਦਸੀਆਂ ਤੋਂ ਚੁੱਪ ਕਰ ਰਿਹਾ। ਅੱਧੀ ਰਾਤ ਨੂੰ ਚੌਕ ਵਿਚਲੀ ਸਭ ਤੋਂ ਵੱਡੀ ਕੱਪੜੇ ਦੀ ਦੁਕਾਨ ਤੇ ਟੈਲੀਵਿਜ਼ਨਾਂ ਦੀ ਦੁਕਾਨ ਲੁੱਟੀ ਗਈ ਤੇ ਬਾਅਦ 'ਚ ਅੱਗ ਲਾ ਦਿੱਤੀ ਗਈ।
ਅਗਲੇ ਦਿਨ ਸ਼ੱਕ ਦੀ ਬਿਨਾਂ ਤੇ ਬਸਤੀ ਦੇ ਕੁਝ ਆਦਮੀ ਫੜੇ ਗਏ ਜਿਨ੍ਹਾਂ ਨੂੰ ਇੰਦਰਜੀਤ ਆਪਣੀ ਜ਼ਮਾਨਤ ਤੇ ਛੁਡਵਾ ਲਿਆਇਆ। ਪਰ ਉੱਪਰੋਂ ਦਬਾਅ ਪੈਣ ਤੇ ਕੁਝ ਦਿਨਾਂ ਬਾਅਦ ਪੂਰੀ ਛਾਣਬੀਨ ਕਰਨ ਦਾ ਹੁਕਮ ਆ ਗਿਆ। ਇੰਦਰਜੀਤ ਸਭਨਾਂ ਨੂੰ ਹੁਸ਼ਿਆਰ ਰਹਿਣ ਲਈ ਖਬਰਦਾਰ ਕਰ ਗਿਆ। ਬਸਤੀ ਵਾਲੇ ਆਸੇ-ਪਾਸੇ ਛੁਪਾਏ ਕੱਪੜੇ ਦੇ ਥਾਂ ਤੇ ਰੇਡੀਓ ਜ਼ਮੀਨ 'ਚ ਦੱਬਣ ਲੱਗੇ। ਇਹ ਕੀ ਕਰਦੇ ਹੋ? ਨਿੱਕੇ ਬਾਲਾਂ ਅਚੰਭੇ ਨਾਲ ਪੁੱਛਿਆ। ਬੀਜ ਰਹੇ ਹਾਂ, ਕਿਸੇ ਨੇ ਮਜ਼ਾਕ ਕੀਤਾ। ਹੁਣ ਇੱਥੇ ਰੇਡੀਓ ਉੱਗਿਆ ਕਰਨਗੇ, ਨਾਲੇ ਕੱਪੜੇ? ਇਕਬਾਲ ਨੇ ਪੁੱਛਿਆ। ਚੇਤਨ ਉਹਨਾਂ ਦੇ ਸਿਰਹਾਣੇ ਖੜਾ ਸੀ, ਆਤਮ ਗਿਲਾਨੀ ਨਾਲ ਭਰਿਆ ਹੋਇਆ। ਉਹਨੇ ਪੁੱਛਿਆ, ਜਿਹੜੀਆਂ ਆਫਤਾਂ ਤੁਸੀਂ ਸੜਕਾਂ ਤੇ ਚੌਂਕਾਂ 'ਚ ਬੀਜ ਕੇ ਆਏ ਹੋ, ਉਹਨਾਂ ਦੀ ਫਸਲ ਕੌਣ ਵੱਢੇਗਾ? ਤੁਹਾਡਾ ਇੰਦਰਜੀਤ ਸਾਹਿਬ ਕਿ ਤੁਸੀਂ? ਮੂਰਖਾਂ ਵਾਂਗ ਗੱਲਾਂ ਨਹੀਂ ਕਰੀਦੀਆਂ, ਇੱਕ ਬਜ਼ੁਰਗ ਨੇ ਝਿੜਕਿਆ। ਜਦੋਂ ਗੰਗਾ ਵਗਦੀ ਹੋਵੇ ਤਾਂ ਆਪਣੇ ਵੀ ਹੱਥ ਵਿੱਚ ਡੋਬ ਲੈਣੇ ਚਾਹੀਦੇ ਹੈ। ਬਾਬਾ, ਮੈਂ ਤਾਂ ਪੜ੍ਹਿਆ ਸਾਰੀ ਉਮਰ ਗੰਗਾ 'ਚ ਨਹਾਉਣ ਵਾਲਾ ਮਲਾਹ ਉੱਚੀਆਂ ਜਾਤਾਂ ਲਈ ਅਛੂਤ ਹੀ ਰਹਿੰਦਾ। ਚੇਤਨ ਦੀ ਗੱਲ ਤੇ ਸਾਰੇ ਹੱਸ ਪਏ ਤੇ ਆਪਣੇ ਆਪਣੇ ਕੰਮ ਲੱਗੇ ਰਹੇ। ਉਹਦੀਆਂ ਗੱਲਾਂ ਸਮਝਣ ਵਾਲਾ ਕੌਣ ਸੀ ਇੱਥੇ? ਹੌਲੀ-ਹੌਲੀ ਨੌਜਵਾਨ ਸਭਾ ਖਿੰਡ-ਪੁੰਡ ਗਈ। ਚੇਤਨ ਵੀ ਅਗਾਂਹ ਪੜ੍ਹਾਈ ਜਾਰੀ ਰੱਖਣ ਦੇ ਅਸਮਰਥ ਹੋ ਗਿਆ। ਉਹਨਾਂ ਘਰਦਾ ਰਿਹਾ ਨਾ ਘਾਟ ਦਾ। ਬੜਾ ਉਦਾਸ ਤੇ ਮਾਯੂਸ ਰਹਿਣ ਲੱਗਾ। ਸਾਰਾ ਦਿਨ ਇੱਧਰ-ਉੱਧਰ ਭਟਕਦਾ ਰਹਿੰਦਾ। ਕੁਝ ਉੱਪਰੇ ਜਿਹੇ ਮੁੰਡੇ ਉਹਦੇ ਦੋਸਤ ਵੀ ਬਣੇ। ਇਹੀ ਦਿਨ ਸਨ ਜਦੋਂ ਚੇਤਨ ਤੇ ਇੰਦਰਜੀਤ ਨਿੱਕੇ-ਨਿੱਕੇ ਵਿਦਰੋਹਾਂ ਤੇ ਆਪਸ 'ਚ ਉਲਝਣ ਲੱਗੇ। ਇੱਕ ਵਾਰ ਤਾਂ ਚੇਤਨ ਨੇ ਇੰਦਰਜੀਤ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਉਹ ਇਸ ਤਰ੍ਹਾਂ ਦੀ ਬਸਤੀ ਵਾਲਿਆਂ ਰਾਹੀਂ ਨਜਾਇਜ਼ ਵਾਰਦਾਤਾਂ ਕਰਵਾਉਂਦਾ ਰਿਹਾ ਤਾਂ ਜ਼ਿਲ੍ਹੇ ਦੇ ਵੱਡੇ ਅਫਸਰ ਕੋਲ ਸਭ ਕੁਝ ਲਿਖ ਕੇ ਦੇਵੇਗਾ। ਇੰਦਰਜੀਤ ਉੱਪਰੋਂ ਰੋਬ ਰੱਖਦਾ ਪਰ ਅੰਦਰੋਂ ਜਰਕ ਗਿਆ ਸੀ। ਉਹ ਮੌਕੇ ਦੀ ਤਾੜ 'ਚ ਰਹਿੰਦਾ। ਆਪਣੇ ਰਸੂਖ ਰਾਹੀਂ ਉਹ ਚੇਤਨ ਵਾਲਾ ਕੰਡਾ ਕਢਾਈ ਦੇਣਾ ਚਾਹੁੰਦਾ ਸੀ ਤੇ ਅੱਜ ਵੀ ਇੰਦਰਜੀਤ ਸਾਹਿਬ ਮਨ 'ਚ ਇਹੀ ਸਕੀਮ ਲੈ ਕੇ ਆਇਆ ਸੀ। ਉਧਰ ਮੂੰਹ ਨੇਰੇ ਬਸਤੀ ਵਾਲੇ ਦੁਕਾਨਾਂ ਤੋੜਨ ਜਾਣਗੇ ਤੇ ਇੱਧਰ ਉਹਦੇ ਆਦਮੀ ਚੇਤਨ ਨੂੰ ਗੱਡੀ ਚੜਾਉਣਗੇ। ਉਹ ਨਹੀਂ ਸੀ ਚਾਹੁੰਦਾ ਅੱਜ ਦੀ ਨਿੱਕੀ ਚੰਗਿਆੜੀ ਕੱਲ ਦੇ ਵੱਡੇ ਭਾਂਬੜ ਬਣ ਜਾਣ ਤੇ ਇੰਦਰਜੀਤ ਦੇ ਮਨਸੂਬੇ ਉਸ 'ਚ ਰਾਖ ਬਣ ਜਾਣ। ਇਸੇ ਕਾਰਨ ਹੀ ਉਹਨੇ ਚੇਤਨ ਨਾਲ ਬਹਿਸ ਕਰਨ ਨਾਲੋਂ ਚਲੇ ਜਾਣਾ ਹੀ ਬਿਹਤਰ ਸਮਝਿਆ ਸੀ। ਕਾਫੀ ਰਾਤ ਬੀਤ ਗਈ ਸੀ। ਝੁੱਗੀ 'ਚੋਂ ਬਾਹਰ ਨਿਕਲ ਕੇ ਚੇਤਨ ਨੇ ਇੱਕ ਵਾਰ ਬਸਤੀ ਦੀਆਂ ਸਾਰੀਆਂ ਝੁੱਗੀਆਂ ਤੇ ਨਜ਼ਰ ਫੇਰੀ। ਚਾਨਣੀ ਰਾਤ 'ਚ ਉਹਨੂੰ ਝੁੱਗੀਆਂ ਵੀ ਸਾਹ ਲੈਂਦੀਆਂ ਜਾਪੀਆਂ। ਬਹੁਤ ਦੇਰ ਤੱਕ ਉਵੇਂ ਭਾਵੁਕ ਹੋਇਆ ਖੜਾ ਉਹ ਆਪਣੇ ਲੋਕਾਂ ਬਾਰੇ ਸੋਚਦਾ ਰਿਹਾ। ਫਿਰ ਇੱਕ ਵੱਡਾ ਸਾਰਾ ਹੌਕਾ ਲੈ ਕੇ ਝੁੱਗੀ ਅੰਦਰ ਜਾ ਕੇ ਪੈ ਗਿਆ। ਦਿਨ ਅਜੇ ਚੜ੍ਹਿਆ ਨਹੀਂ ਸੀ। ਤਿਆਰ ਹੋ ਰਹੇ ਲੋਕਾਂ ਦਾ ਰੌਲਾ ਰੱਪਾ ਸੁਣ ਕੇ ਉੱਠ ਬੈਠਾ। ਝੁੱਗੀ ਤੋਂ ਬਾਹਰ ਆ ਕੇ ਵੇਖਿਆ ਉਹਦੇ ਚਾਚੇ, ਤਾਏ, ਬਾਬੇ, ਸਰੀਏ, ਡਾਂਗਾ, ਸੱਬਲਾਂ ਇਕੱਠੀਆਂ ਕਰ ਰਹੇ ਸਨ। ਉਹਨੂੰ ਇਸ ਤਰ੍ਹਾਂ ਖੜਾ ਵੇਖ ਕੇ ਇੱਕ ਨੇ ਪੁੱਛਿਆ, ਚੇਤਨਾ, ਤੂੰ ਨਹੀਂ ਜਾ ਰਿਹਾ ਸਾਡੇ ਨਾਲ? ਨਹੀਂ, ਚੇਤਨ ਨੇ ਦ੍ਰਿੜਤਾ ਤੇ ਗੁੱਸੇ ਨਾਲ ਕਿਹਾ। 35 ਰੁਪਏ ਮਿਲਣਗੇ, ਉਹਨੇ ਲਾਲਚ ਦਿੱਤਾ। ਲਾਹਨਤ ਹੈ ਅਜੇ ਪੈਸਿਆਂ ਤੇ, ਚੇਤਨ ਨੇ ਨਫ਼ਰਤ ਨਾਲ ਕਿਹਾ। ਮੁਹਿੰਮ ਤੇ ਜਾਣ ਦਾ ਪ੍ਰਬੰਧ ਕਰਦੇ ਫਿਰਦੇ ਰਘੂ ਨੇ ਇਹ ਗੱਲ ਸੁਣ ਲਈ ਸੀ। ਰਘੂ ਸੜ ਬਲ ਗਿਆ ਤੇ ਉਹਨੇ ਸਭਨਾਂ ਨੂੰ ਸੁਣਾ ਕੇ ਕਿਹਾ, ਕਦੇ-ਕਦੇ ਤਾਂ ਮੈਨੂੰ ਸ਼ੱਕ ਹੋਣ ਲੱਗਦਾ ਹੈ ਕਿ ਇਹ ਆਪਣਾ ਹੀ ਲਹੂ ਹੈ। ਮੈਨੂੰ ਵੀ ਸ਼ੱਕ ਹੋਣ ਲੱਗਦਾ ਹੈ ਬਾਪੂ, ਮੈਂ ਤੁਹਾਡੇ 'ਚੋਂ ਨਹੀਂ। ਚੇਤਨ ਭੜਕ ਪਿਆ। ਗੁੱਸੇ 'ਚ ਰਘੂ ਗਾਲੀ ਉਤਰ ਪਿਆ ਪਰ ਲੋਕਾਂ ਨੇ ਵਿੱਚ ਪੈ ਕੇ ਉਹਨੂੰ ਚੁੱਪ ਕਰਵਾਤਾ। ਇਹ ਵੇਲਾ ਲੜਨ ਦਾ ਨਹੀਂ, ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਕੰਮ ਵੀ ਮੁਕਾਣਾ। ਕਦੇ ਸੋਚਿਆ ਕਿਹਨਾਂ ਨਾਲ ਲੜਨ ਜਾ ਰਹੇ ਹੋ ਤੁਸੀਂ? ਚੇਤਨ ਨੇ ਦੁਖੀ ਹੋ ਕੇ ਪੁੱਛਿਆ। ਆਪਣਿਆਂ ਲਈ ਲੜਨ ਜਾ ਰਹੇ ਹਾਂ, ਬਗਾਨਿਆਂ ਲਈ ਕੋਈ ਮਰਦਾ? ਰਘੂ ਨੇ ਪੂਰੀ ਮਿਹਰ ਨਾਲ ਕਿਹਾ। ਉਹਨਾਂ ਆਪਣਿਆਂ ਲਈ ਜਿਨ੍ਹਾਂ ਨੇ ਸਾਡੇ ਘਰ ਉਜਾੜੇ ਸਨ, ਸਾਨੂੰ ਪੁਲਿਸ ਤੋਂ ਕੁਟਵਾਇਆ ਸੀ, ਜਿਹੜਾ ਹੁਣ ਵੀ ਸਾਨੂੰ ਪਾਲਤੂ ਕੁੱਤੇ ਸਮਝਦਾ ਹੈ। ਚੇਤਨ ਇੰਦਰਜੀਤ ਦਾ ਅਸਲੀ ਚਿਹਰਾ ਪਹਿਚਾਣਦਾ ਸੀ। ਚਲੋ ਇਹਨੂੰ ਬੈਠਾ ਰਹਿਣ ਦਿਓ, ਇੱਥੇ ਹੀ ਕੁਵੇਲਾ ਹੋ ਗਿਆ ਤਾਂ ਜਾਣ ਦਾ ਕੋਈ ਫਾਇਦਾ ਨਹੀਂ, ਵਿੱਚੋਂ ਕਈ ਬੋਲੇ। ਜਿਨ੍ਹਾਂ ਦੀਆਂ ਦੁਕਾਨਾਂ ਤੋੜਨ ਚੱਲੇ ਹੋ ਉਹਨਾਂ ਕੀ ਵਿਗਾੜਿਆ ਆਪਣਾ? ਚੇਤਨ ਨੇ ਫੇਰ ਪੁੱਛਿਆ। ਕੋਈ ਕੁਛ ਨਹੀਂ ਬੋਲਿਆ। ਸਾਰੇ ਚੇਤਨ ਦੇ ਅੜਿੱਕਾ ਪਾਉਣ ਨੂੰ ਬਦ ਸ਼ਗਨਾ ਸਮਝ ਰਹੇ ਸਨ। ਪੂਰਬ ਵੱਲ ਲੋਈ ਪਾਟਦੀ ਵੇਖ ਕੇ ਸਾਰੇ ਫਿਕਰਵਾਨ ਹੋਏ ਤੇ ਤੁਰ ਪਏ। ਠਹਿਰੋ, ਚੇਤਨ ਚੀਕਿਆ, ਇੱਕ ਗੱਲ ਸੁਣਦੇ ਜਾਓ। ਸਾਰੇ ਰੁਕ ਗਏ। ਪਿਛਾਂ ਮੁੜ ਕੇ ਚੇਤਨ ਵੱਲ ਝਾਕੇ ਉਹ ਬੋਲਿਆ, ਜਾਂਦੇ ਜਾਂਦੇ ਆਪਣੇ ਘਰਾਂ ਵੱਲ ਇੱਕ ਝਾਤ ਮਾਰਦੇ ਜਾਓ। ਉਹ ਸਾਰੇ ਝੁੱਗੀਆਂ ਵੱਲ ਝਾਕੇ। ਪੈਰ ਦੇ ਤੜਕੇ ਦੀ ਲੋਚ ਸਰਕਾਰੀ ਗੁਦਾਮਾਂ ਤੋਂ ਚੋਰੀ ਕੀਤੀਆਂ ਪਲਾਸਟਿਕ ਦੀਆਂ ਤਰਪਾਲਾਂ ਨਾਲ ਅੱਧ-ਪਚੱਧ ਢੱਕੀਆਂ ਝੁੱਗੀਆਂ ਵੀਰਾਨ ਹੋਏ ਕਿਸੇ ਥੇ ਵਾਂਗ ਜਾਪੀਆਂ। ਕਿਸੇ ਝੁੱਗੀ 'ਚੋਂ ਧੂੰਆਂ ਨਿਕਲਣ ਲੱਗਾ ਸੀ। ਸਾਰੇ ਹੈਰਾਨ ਹੋਏ, ਇੱਕ ਦੂਜੇ ਵੱਲ ਝਾਕੇ ਜਿਵੇਂ ਪੁੱਛ ਰਹੇ ਹੋਣ, ਇਹਨਾਂ ਨੂੰ ਇਉਂ ਦੇਖਣ ਵਾਲੀ ਕਿਹੜੀ ਗੱਲ ਹੈ? ਜਿਨ੍ਹਾਂ ਲਈ ਲੜਨ ਜਾ ਰਹੇ ਹੋ ਉਹਨਾਂ ਲੋਕਾਂ ਦੇ ਪਸ਼ੂਆਂ ਵਾਲੇ ਘਰ ਵੀ ਸਾਡੇ ਨਾਲੋਂ ਚੰਗੇ ਹੋਣਗੇ। ਚੇਤਨ ਫੇਰ ਬੋਲਿਆ, ਸਾਡੇ ਕੋਲ ਬਿਜਲੀ ਨਹੀਂ ਹੈ, ਪਾਣੀ ਨਹੀਂ ਹੈ, ਹਰ ਪਾਸੇ ਚਿੱਕੜ, ਮੱਛਰ, ਗੰਦਗੀ। ਆਪਣੇ ਵੱਲ ਹੀ ਝਾਤੀ ਮਾਰੋ। ਕੱਪੜਿਆਂ ਦੀਆਂ ਦੁਕਾਨਾਂ ਲੁੱਟਣ ਵਾਲਿਆਂ ਦੇ ਤਨਾਂ ਤੇ ਹੈ ਕੋਈ ਕੱਪੜਾ? ਠੀਕ ਹੈ, ਉਹ ਆਪਾਂ ਨੂੰ ਵਰਤਦਾ ਹੈ ਜਾਂ ਉਸ ਵਰਗੇ ਹੋਰ ਬਥੇਰੇ ਹੈ, ਪਰ ਬਦਲੇ 'ਚ ਕੀ ਕਰਦੇ ਨੇ ਉਹ ਆਪਣੇ ਲਈ? ਇੱਥੇ ਕੋਈ ਹਸਪਤਾਲ ਹੈ?
ਸਾਡੇ ਲਾਗੇ ਕੋਈ ਸਕੂਲ ਹੈ? ਕਦੇ ਉਹਨਾਂ ਸੋਚਿਆ ਸਾਨੂੰ ਵੀ ਪਾਣੀ ਦੀ ਉਹਨਾਂ ਜਿੰਨੀ ਲੋੜ ਹੈ? ਕਦੇ ਉਹਨਾਂ ਚਾਹਿਆ ਸਾਡੇ ਬੱਚੇ ਵੀ ਉਹਨਾਂ ਦੇ ਬੱਚਿਆਂ ਵਾਂਗ ਸਕੂਲਾਂ 'ਚ ਪੜ੍ਹਨ? ਇਹ ਸਭ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਪਤਾ ਹੈ? ਸਾਰੇ ਨੀਵੀਆਂ ਪਾਈ ਖੜੇ ਸੀ। ਕੁਝ ਪਲ ਉਹਨਾਂ ਨੂੰ ਘੂਰਦਾ ਚੇਤਨ ਫੇਰ ਬੋਲਿਆ, ਮੈਂ ਦੱਸਦਾ, ਜੇ ਸਾਡੇ ਬੱਚੇ ਸਕੂਲ ਪੜ੍ਹਨ ਲੱਗ ਪਏ ਤਾਂ ਆਪਾਂ ਚੰਗਾ ਸੋਚਣ ਲੱਗ ਪਾਂਗੇ, ਆਪਣੇ ਭਲੇ ਬੁਰੇ ਦੀ ਪਛਾਣ ਕਰਨੀ ਆ ਜਾਊਗੀ। ਫਿਰ ਕੌਣ ਉਹਨਾਂ ਲਈ ਡਾਂਗਾ ਸਰੀਏ ਲੈ ਕੇ ਦੁਕਾਨਾਂ ਤੋੜਨ ਜਾਊਗਾ? ਜੇ ਇੱਥੇ ਕੋਈ ਹਸਪਤਾਲ ਬਣ ਗਿਆ ਤਾਂ ਵੇਲੇ ਕੁ ਵੇਲੇ ਬਿਮਾਰੀ ਵੇਲੇ ਦਵਾਈ ਲੈ ਕੇ ਆਪਾਂ ਛੇਤੀ ਤੰਦਰੁਸਤ ਹੋ ਜਾਾਂਗੇ। ਉਹਨਾਂ ਨੂੰ ਤਾਂ ਆਪਣੀ ਤੰਦਰੁਸਤੀ ਵੀ ਅੱਖਰਦੀ ਹੈ। ਮੇਰਾ ਪੜ੍ਹਿਆ ਲਿਖਿਆ ਹੋਣਾ ਵੀ ਰੜਕਦਾ ਹੈ। ਕਿੰਨੀ ਵਾਰ ਇੰਦਰਜੀਤ ਬਾਪੂ ਨੂੰ ਮੇਰੇ ਵਿਰੁੱਧ ਭੜਕਾ ਚੁੱਕਿਆ ਹੈ। ਜਾਣਾ ਹੈ ਚਲੇ ਜਾਓ, ਮੈਂ ਰੋਕਦਾ ਨਹੀਂ, ਪਰ ਮੈਨੂੰ ਵਿੱਚ ਨਾ ਘੜੀਸੋ। ਇੰਨਾ ਜ਼ਰੂਰ ਸੋਚੋ ਕਿੰਨੀ ਤਾਕਤ ਹੈ ਆਪਣੇ ਵਿੱਚ। ਜੇ ਇਹਨੂੰ ਸਾਰਿਆਂ ਦੀ ਭਲਾਈ ਲਈ ਵਰਤੀਏ, ਉੱਥੇ ਲੜਾਈ ਵੀ ਹੋ ਸਕਦੀ ਹੈ। ਕਿਹਦੀ ਗਰੰਟੀ ਹੈ ਸਹੀ ਸਲਾਮਤ ਜਿਉਂਦਾ ਮੁੜ ਆਉਣ ਦੀ? ਚੇਤਨ ਚੁੱਪ ਕਰ ਗਿਆ ਤੇ ਸਾਰਿਆਂ ਵੱਲ ਝਾਕਦਾ ਝੁੱਗੀ ਅੰਦਰ ਚਲਾ ਗਿਆ। ਕਾਫੀ ਦੇਰ ਬਾਹਰ ਕੋਈ ਹਿਲਜੁਲ ਨਹੀਂ ਹੋਈ। ਸੱਬਲਾਂ ਸਰੀਆਂ ਦਾ ਖੜਾਕ ਨਹੀਂ ਸੁਣਿਆ। ਹਫੜਾ ਦਫੜੀ ਚ ਆਏ ਆਦਮੀਆਂ ਦੀਆਂ ਆਵਾਜ਼ਾਂ ਨਹੀਂ ਆਈਆਂ। ਚੇਤਨ ਨੇ ਸੋਚਿਆ ਚੁੱਪਚਾਪ ਚਲੇ ਗਏ ਹੋਣਗੇ। ਉਦਾਸ ਹੋਇਆ ਝੁੱਗੀ ਚੋਂ ਹੌਲੀ ਹੌਲੀ ਬਾਹਰ ਨਿਕਲਿਆ। ਪਰ ਇਹ ਕੀ? ਹੈਰਾਨ ਹੋਇਆ, ਉਹ ਥਾਂ ਹੀ ਸੁੰਨ ਹੋ ਗਿਆ। ਬਸਤੀ ਵਾਲੇ ਸਾਰੇ ਲੋਕ ਨੀਵੀਆਂ ਪਾਈ ਰਘੂ ਦੇ ਦੁਆਲੇ ਬੈਠੇ ਸਨ, ਜਿਵੇਂ ਕਿਸੇ ਦਾ ਸੋਗ ਮਨਾ ਰਹੇ ਹੋਣ। ਰਘੂ ਆਖ ਰਿਹਾ ਸੀ, ਪਤਾ ਨਹੀਂ ਚੇਤਨ ਠੀਕ ਹੀ ਆਖਦਾ ਹੋਵੇ, ਮੈਨੂੰ ਤਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਪੈਂਦੀ। ਹੌਲੀ ਹੌਲੀ ਦਿਨ ਚੜ ਰਿਹਾ ਸੀ। ਪੂਰਬ ਦੀ ਲਾਲੀ ਨਾਲ ਚੇਤਨ ਦਾ ਚਿਹਰਾ ਪਰਵਾਇਆ ਗਿਆ। ਸੂਰਜ ਸੱਚਮੁੱਚ ਜਿਵੇਂ ਉਹਦੀਆਂ ਅੱਖਾਂ 'ਚ ਆ ਬੈਠਾ। ਧੰਨਵਾਦ।